ਹੁਣ ਧਰਨਾ ਜੇ ਵੀ ਬਰਕਰਾਰ ਆ, ਉਹਨਾਂ ਦਾ ਕਹਿਣਾ ਕਿ ਜਦੋਂ ਤੱਕ ਰਿਪੋਰਟਸ ਨਹੀਂ ਹੋਈਆਂ, ਤੁਹਾਡੀ ਕੋਈ ਕਨਵਰਸੇਸ਼ਨ ਹੋ ਰਹੀ ਹੈ ਉਹਨਾਂ ਨਾਲ ਸਰਕਾਰ ਦੇ ਪੱਧਰ ਦੇ ਉੱਤੇ? ਰਿਪੋਰਟਸ ਬਾਰੇ ਵੀ ਜਿਹੜੀ ਗੱਲ ਚੱਲਦੀ ਹੈ ਕਿ ਰਿਪੋਰਟਸ ਜਨਤਕ ਹੋਣੀਆਂ ਚਾਹੀਦੀਆਂ ਨੇ, ਤੁਹਾਨੂੰ ਕੀ ਲੱਗਦਾ ਗਾ? ਮਤਲਬ ਸਰਕਾਰ ਰੈਡੀ ਹੈ ਇਸ ਗੱਲ ਦੇ ਲਈ? ਪੁੱਛ ਰਿਹਾ ਕਿ ਮਿਸਟੇਕ ਨਿਚਲੇ ਲੈਵਲ ਤੇ ਸੀ, ਪੋਲੀਟੀਕਲ ਲੈਵਲ ਤੇ ਸੀ, ਜਾਂ ਇਹ ਕਿਸੇ ਅਫਸਰ ਦੇ ਲੈਵਲ ਤੇ ਸੀ? ਨਹੀਂ, ਪੋਲੀਟੀਕਲ ਲੈਵਲ ਤੇ ਨਹੀਂ ਹੈ। ਪਿੱਛੇ ਜੇ ਖਬਰ ਆਈ ਸੀ ਕਿ ਮੁੱਖ ਮੰਤਰੀ ਖਫਾ ਨੇ ਅਫਸਰਾਂ ਤੋਂ। ਦੇਖੋ, ਮਤਲਬ ਖਬਰ ਛਪੀ, ਇਹ ਚਰਨਜੀਤ ਭੁੱਲਰ ਦੀ ਖਬਰ ਸੀ ਕਿ ਮੁੱਖ ਮੰਤਰੀ ਖਫਾ ਹੋਏ ਅਫਸਰਾਂ ਨਹੀਂ। ਤੁਹਾਡੇ ਸਾਹਮਣੇ ਦੋ ਚੋਣਾਂ ਖੜੀਆਂ ਨੇ, ਇੱਕ ਜਲੰਧਰ ਦੀ ਚੋਣ ਆ ਗਈ ਤੇ ਦੂਸਰੀ ਜਿਹੜੀ ਐਮਸੀਜ਼ ਦੀਆਂ ਸਾਡੀਆਂ ਚੋਣਾਂ ਆ ਰਹੀਆਂ ਨੇ ਪੰਜਾਬ ਦੀਆਂ, ਜਿਹੜੀਆਂ ਸ਼ਾਇਦ ਕੁਝ ਡਿਲੇ ਨੇ। ਕਿਵੇਂ ਮਤਲਬ ਚੋਣਾਂ ਨੂੰ ਕਿਵੇਂ ਦੇਖਦੇ ਹੋ? ਜਲੰਧਰ ਨੂੰ ਕਿਵੇਂ ਦੇਖਦੇ ਹੋ ਤੁਸੀਂ? ਮੋਦੀ ਜਦੋਂ ਆਏ ਨੇ ਉਹਨਾਂ ਨੇ ਇੱਕ ਸ਼ਬਦ ਵਰਤਿਆ ਸੀ, ਕੋਆਪਰੇਟਿਵ ਫੈਡਰਲਿਜ਼ਮ, ਸਹਿਯੋਗੀ ਸੰਘਵਾਦ। ਤੁਹਾਨੂੰ ਲੱਗਦਾ ਉਹ ਸਰਵਾਈਵ ਕਰੂਗਾ ਜਾਂ ਆਉਣ ਵਾਲੇ ਦਿਨਾਂ 'ਚ ਕੰਟਰਡਿਕਸ਼ਨ ਤਿੱਖੀ ਹੋ ਸਕਦੀ ਹੈ? ਆਪਾਂ ਬਹੁਤ ਸਾਰੀਆਂ ਸਟੇਟਾਂ 'ਚ ਦੇਖ ਰਹੇ ਹਾਂ, ਮਮਤਾ ਵਰਸਸ ਗਹਿਲੋਤ ਨੇ ਕਹਿਤਾ ਸੀਬੀਆਈ ਨੇ ਮਮਤਾ ਦੀ ਸੈਂਟਰ ਨਾਲ ਖੜ ਕੇ, ਕਿੰਨੀਆਂ ਸਟੇਟਾਂ ਦੀ ਸੈਂਟਰ ਨਾਲ ਖੜ ਕੇ। ਭਗਵੰਤ ਮਾਨ ਤੇ ਜਿਹੜੇ ਮਨਪ੍ਰੀਤ ਬਾਦਲ ਨੇ, ਤੁਹਾਡੇ ਯਾਦ ਆ, ਇੱਕੋ ਪਾਰਟੀ 'ਚ ਇੱਕੋ ਸਮੇਂ, ਔਰ ਸ਼ੁਰੂਆਤ ਜੇ ਆਪਾਂ ਕਹੀਏ ਸੀਐਮ ਸਾਹਿਬ ਦੀ ਉਹ ਹੁੰਦੀ ਹੈਗੀ ਪੀਪੀਪੀ ਦੇ ਜ਼ਰੀਏ। ਇੱਕ ਗਾਣਾ ਵੀ ਗਾਇਆ ਸੀ, ਸਾਡੇ ਦਿਲਾਂ ਵਿੱਚ ਵਸ ਗਈ ਪੀਪੀਪੀ। ਬੀਜੇਪੀ ਦਾ ਕੋਈ ਭਵਿੱਖ ਤੁਸੀਂ ਪੰਜਾਬ 'ਚ ਦੇਖਦੇ ਹੋ, ਜਾਂ ਤੁਹਾਨੂੰ ਲੱਗਦਾ ਬੀਜੇਪੀ ਦਾ ਕੋਈ ਭਵਿੱਖ ਨਹੀਂ ਹੈ ਪੰਜਾਬ 'ਚ? ਕਿਸੇ ਵੀ ਸੱਤਾ ਧਿਰ ਨਾਲ ਜੁੜਦੇ ਹੋ ਜਾਂ ਤੁਸੀਂ ਕਿਸੇ ਰਾਜਨੀਤੀ ਨਾਲ ਜੁੜਦੇ ਹੋ ਤਾਂ ਤਮਾਮ ਤਰ੍ਹਾਂ ਦੀਆਂ ਧਾਰਨਾਵਾਂ ਤੁਹਾਡੇ ਬਾਰੇ ਪੈਦਾ ਹੁੰਦੀਆਂ ਨੇ। ਉਹ 'ਚੋਂ ਕੁਛ ਉਹ ਹੁੰਦੇ ਆ ਜੋ ਅਨਟੈਂਸ਼ਨਲੀ ਹੁੰਦੀਆਂ ਨੇ, ਕੁਛ ਅਨਇੰਟੈਂਸ਼ਨਲੀ ਹੁੰਦੀਆਂ ਨੇ। ਬਲਤੇਜ ਪੰਨੂ ਬਾਰੇ 10 ਤਰ੍ਹਾਂ ਦੀਆਂ, 20 ਤਰ੍ਹਾਂ ਦੀਆਂ ਜਾਂ 100 ਤਰ੍ਹਾਂ ਦੀਆਂ ਧਾਰਨਾਵਾਂ ਬਣੀਆਂ ਹੋਣਗੀਆਂ। ਮੈਂ ਜੇ ਤੁਹਾਡੇ ਤੋਂ ਪੁੱਛਾਂ ਬਲਤੇਜ ਪੰਨੂ ਕੌਣ ਨੇ, ਹੁਣ ਕੌਣ ਨੇ? ਜਾਂ ਜਿੰਨਾ ਮੈਂ ਖੁੱਲ੍ਹ ਕੇ ਪਹਿਲਾਂ ਲਿਖਦਾ ਸੀ, ਮੈਂ ਹੁਣ ਸੋਸ਼ਲ ਮੀਡੀਆ 'ਤੇ ਲਿਖ ਨਹੀਂ ਸਕਦਾ। ਉਹ ਮੈਨੂੰ ਕਈ ਵਾਰੀ ਉਹ ਲੱਗਦਾ ਹੁੰਦਾ ਕਿ ਇਹ ਸ਼ਾਇਦ ਮੇਰੇ ਤੋਂ ਖੁੱਸ ਗਿਆ ਕਿਸੇ ਜਗ੍ਹਾ ਦੇ ਉੱਤੇ। ਹੁਣ ਤੁਸੀਂ ਸਰਕਾਰ 'ਚੋਂ ਜੇ ਤੁਸੀਂ ਲਿਖਣ ਵਾਲੀ ਗੱਲ ਕਹਿੰਦੇ ਹੋ, ਜਿਹੜਾ ਲਿਖਣ ਵਾਲੀ ਗੱਲ ਆ ਨਾ, ਇਹ ਤਾਂ ਕਹਿੰਦੇ ਬੰਦਾ ਆਪਦੇ ਆਪ ਤੋਂ ਵੀ ਅੱਡ ਹੋ ਜਾਂਦਾ। ਜਦੋਂ ਲਿਖਦਾ ਬੰਦਾ ਨਾ, ਉਹ ਆਪਦੇ ਆਪ ਤੋਂ ਵੀ ਅੱਡ ਹੋ ਕੇ ਲਿਖਦਾ ਹੈਗਾ, ਇੰਨਾ ਡੀਟੈਚ ਹੋ ਜਾਂਦਾ ਹੈਗਾ ਲਿਖਣ ਵੇਲੇ ਬੰਦਾ, ਖਾਸ ਤੌਰ 'ਤੇ ਅਵਸਥਾ ਇਹੀ ਜਿਹੀ ਹੁੰਦੀ ਹੈ। ਹਾਂ, ਪਰ ਮੈਂ ਇਹਨਾਂ ਆ ਕਿ ਹੁਣ ਗੱਲ ਕਦੇ ਐਂ ਲੱਗਦਾ ਵੀ ਜਿਹੜੀ ਤੁਸੀਂ ਮਿਸ ਕਰਦਾ ਮੈਂ ਇਸ ਗੱਲ ਨੂੰ, ਹੁਣ ਮੈਂ ਉਹਦੇ 'ਚ ਮੈਂ ਉਹਦਾ ਹੁਣ ਹੱਲ ਜਿਹੜਾ ਉਹ ਲੱਭਿਆ ਹੋਇਆ ਕਿ ਫਰਕ ਇੰਨਾ ਹੋ ਗਿਆ ਕਿ ਪਹਿਲਾਂ ਸਵਾਲ ਕਰਦੇ ਸੀ, ਹੁਣ ਜਵਾਬ ਦੇਣੇ ਪੈ ਰਹੇ। ਮੈਂ ਤੁਹਾਡੀ ਇੰਟਰਵਿਊ ਕੀਤੀ ਸੀ ਨਾ, ਜਦੋਂ ਤੁਹਾਡੀ ਕਿਤਾਬ ਰਿਲੀਜ਼ ਹੋਈ ਸੀ, ਸਵਾਲ ਮੈਂ ਕਰ ਰਿਹਾ ਸੀ, ਜਵਾਬ ਦੇ ਰਹੇ ਸੀ। ਅੱਜ ਤੁਸੀਂ ਸਵਾਲ ਕਰ ਰਹੇ ਹੋ, ਮੈਂ ਜਵਾਬ ਬੜੀ ਜਗ੍ਹਾ ਦੇ ਉੱਤੇ ਬੈਠਾ। ਪਰ ਮੈਨੂੰ ਇਸ ਗੱਲ ਦਾ ਪ੍ਰਾਊਡ ਹੈ ਕਿ ਮੈਂ ਘੱਟੋ ਘੱਟ ਉਸ ਮੁੱਖ ਮੰਤਰੀ ਸਾਹਿਬ ਦੇ ਵਾਸਤੇ ਔਰ ਉਸ ਸਰਕਾਰ ਦੇ ਵਾਸਤੇ ਜਵਾਬ ਦੇ ਰਿਹਾ ਜਿਹੜੀ ਲੋਕਾਂ ਦੀ ਹੈ। ਸਾਰੇ ਦੋਸਤ ਉਹੀ ਨੇ, ਮਿਲਦੇ ਹੋ ਉਹਨਾਂ ਨੂੰ? ਹਾਂ, ਬਿਲਕੁਲ, ਫੋਨ ਵੀ ਕਰਦੇ ਰਹਿੰਦੇ ਉਹਨਾਂ ਦੇ। ਕੁਝ ਦੋਸਤ ਤੁਹਾਡੇ ਮੈਂ ਦੇਖਦਾ ਮੀਡੀਆ 'ਚ ਤੁਹਾਡੇ ਬਾਰੇ ਔਨ ਰਿਕਾਰਡ ਵੀ ਇਤਰਾਜ਼ ਲੈ ਆਉਂਦੇ ਨੇ। ਕੋਈ ਗੱਲ, ਜਿਹੜੇ ਤੁਹਾਡੇ ਬਹੁਤ ਕਲੋਜ਼ ਦੋਸਤ ਨੇ, ਤੁਹਾਡੀ ਪ੍ਰਸ਼ੰਸਾ ਵੀ ਕਰਦੇ ਨੇ, ਤੁਹਾਡੀ ਆਲੋਚਨਾ ਵੀ ਕਰਦੇ ਨੇ। ਮੈਂ ਉਹਨਾਂ ਨੂੰ ਫੋਨ ਕਰ ਲੈਣਾ, ਫਿਰ ਮੈਂ ਫੋਨ ਕਰ ਲੈਣਾ ਆਪਣੇ ਦੋਸਤਾਂ ਨੂੰ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਰਾਜਨੀਤੀ ਤੇ ਰਾਜ ਸੱਤਾ, ਰਾਜਨੀਤੀ ਤੋਂ ਬਾਅਦ ਸੱਤਾ ਜਦੋਂ ਆਉਂਦੀ ਹੈ ਤਾਂ ਗਵਰਨੈਂਸ ਦਿਖਾਉਣੀ ਪੈਂਦੀ ਹੈ। ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਸਮਰਥਨ ਮਿਲਿਆ। ਗਵਰਨੈਂਸ ਕਿਸ ਤਰ੍ਹਾਂ ਦੀ? 8-9 ਮਹੀਨੇ ਹੋ ਗਏ, ਬਹੁਤ ਸਾਰੇ ਸਵਾਲ ਵੀ ਉੱਠੇ, ਬਹੁਤ ਸਾਰੇ ਪੋਜ਼ਿਟਿਵ ਕੰਮ ਵੀ ਹੋਏ। ਅੱਜ ਸਾਡੇ ਨਾਲ ਜਵਾਬ ਦੇਣ ਦੇ ਲਈ ਪੰਜਾਬ ਸਰਕਾਰ ਦੇ ਮੁੱਦਿਆਂ ਤੇ ਪਰਫਾਰਮੈਂਸ ਤੇ ਬਲਤੇਜ ਪੰਨੂ ਜੀ ਨੇ, ਜਿਹੜੇ ਮੀਡੀਆ ਡਾਇਰੈਕਟਰ ਨੇ ਨੈਸ਼ਨਲ ਐਂਡ ਇੰਟਰਨੈਸ਼ਨਲ ਅਫੇਅਰਸ ਦੇ। ਗੱਲਬਾਤ ਕਰਾਂਗੇ ਉਹਨਾਂ ਨਾਲ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਔਰ ਖਾਸ ਤੌਰ ਤੇ ਜਿਹੜੇ ਬਰਨਿੰਗ ਇਸ਼ੂ ਰਹੇ ਉਹਨਾਂ ਬਾਰੇ। ਸਵਾਗਤ ਹੈ ਬਲਤੇਜ ਜੀ, ਬਹੁਤ ਬਹੁਤ ਪ੍ਰੋ ਪੰਜਾਬ ਟੀਵੀ। ਧੰਨਵਾਦ ਜੀ ਯਾਦਵਿੰਦਰ, ਥੈਂਕ ਯੂ। ਸਭ ਤੋਂ ਪਹਿਲਾ ਸਵਾਲ, ਕਿਵੇਂ ਜੱਜ ਕਰਦੇ ਹੋ? ਮਤਲਬ ਇਸ ਜੇ ਮੈਂ ਤੁਹਾਡੇ ਤੋਂ ਪੁੱਛਾਂ, ਤੁਹਾਡੀ ਸਰਕਾਰ ਬਾਰੇ 10 ਤਰ੍ਹਾਂ ਦੀਆਂ ਧਾਰਨਾਵਾਂ ਨੇ ਲੋਕਾਂ ਦੀਆਂ, 20 ਤਰ੍ਹਾਂ ਦੀਆਂ ਨੇ, 30 ਤਰ੍ਹਾਂ ਦੀਆਂ ਨੇ, ਸੈਂਕੜੇ ਤਰ੍ਹਾਂ ਦੀਆਂ ਧਾਰਨਾਵਾਂ ਹੋ ਸਕਦੀਆਂ ਨੇ। ਸਰਕਾਰ ਐਂ ਕਰ ਰਹੀ ਹੈ, ਸਰਕਾਰ ਆ ਨਹੀਂ ਕਰ ਰਹੀ, ਸਰਕਾਰ ਉਹ ਕਰ ਰਹੀ ਹੈ। ਸਰਕਾਰ ਕੀ ਕਰ ਰਹੀ ਹੈ? ਸਰਕਾਰ ਕਰ ਰਹੀ ਹੈ, ਸਰਕਾਰ ਕੰਮ ਕਰ ਰਹੀ ਹੈ, ਹਰ ਪੱਖ ਦੇ ਉੱਤੇ ਕੰਮ ਕਰ ਰਹੀ ਹੈ। ਜਿਹੜੇ ਮੁੱਦੇ ਉਭਾਰ ਕੇ ਸਰਕਾਰ ਬਣੀ ਹੈ ਉਹਨਾਂ ਦੇ ਉੱਤੇ ਕੰਮ ਹੋ ਰਿਹਾ ਹੈ। 100 ਮੁਹੱਲਾ ਕਲੀਨਿਕ ਕੰਮ ਕਰ ਰਹੇ ਨੇ, 500 ਹੋ ਜਾਣੇ ਆ ਟੋਟਲ 26 ਜਨਵਰੀ ਤੱਕ। ਸਕੂਲਾਂ ਦੀ ਜਿਹੜੀ ਕਾਇਆ ਕਲਪ ਆ ਉਹ ਹੋ ਰਹੀ ਹੈ। ਜਿਹੜੇ ਨਿਯੁਕਤੀ ਪੱਤਰ ਨੇ ਉਹ ਦਿੱਤੇ ਜਾ ਰਹੇ ਨੇ ਲਗਾਤਾਰ। ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਿਆਂ ਕੀਤਾ ਜਾ ਰਿਹਾ। ਕੰਮ ਹੋ ਰਿਹਾ ਸਾਰੇ ਜਗ੍ਹਾ ਦੇ ਉੱਤੇ ਹੋ ਰਿਹਾ। ਤੁਸੀਂ ਖੇਤਰ ਗਿਣੋ, ਜਵਾਬ ਮੈਂ ਦੇਣਾ ਤੁਹਾਨੂੰ। ਅੱਛਾ, ਜਿਹੜੀ ਮੈਂ ਗੱਲ ਕਿਹਾ ਕਿ ਰਾਜਨੀਤੀ ਇੱਕ ਚੀਜ਼ ਹੁੰਦੀ ਹੈ ਨਾ, ਰਾਜਨੀਤੀ ਕਰਨਾ, ਸੱਤਾ ਚਾਉਣਾ। ਜਿਵੇਂ ਕੇਜਰੀਵਾਲ ਦਾ ਪਹਿਲੀ ਵਾਰ ਵੀ ਜਦੋਂ ਆਏ ਹੈ ਨਾ ਦਿੱਲੀ ਦੇ ਅੰਦਰ, ਆਪਾਂ ਨੂੰ ਯਾਦ ਆ ਉਦੋਂ, ਹੈ ਨਾ, ਉਹ ਕਹਿੰਦੇ ਸੀ ਸਾਨੂੰ ਤਾਂ ਰਾਜਨੀਤੀ ਆਉਂਦੀ ਨਹੀਂ, ਸਾਨੂੰ ਤਾਂ ਚੀਜ਼ ਸਿਸਟਮ ਵੀ ਨਹੀਂ, ਅਸੀਂ ਸਮਝ ਰਹੇ ਹਾਂ ਆ ਕੇ ਚੀਜ਼ਾਂ ਨੂੰ, ਅੰਡਰਸਟੈਂਡ ਕਰ ਰਹੇ ਹਾਂਗੇ।
ਬਹੁਤ ਵੱਡਾ ਸਮਰਥਨ ਪੰਜਾਬ ਨੇ ਦਿੱਤਾ। ਉਦੋਂ ਬਾਅਦ ਗਵਰਨੈਂਸ ਦਾ ਸਵਾਲ ਆਉਂਦਾ ਗਾ। ਗਵਰਨੈਂਸ ਦੇ ਸਵਾਲ ਤੇ ਆਪਾਂ ਪਿਛਲੇ ਦਿਨਾਂ ਦੇ ਅੰਦਰ ਹੀ ਜੀਰੇ ਵਾਲਾ ਮਸਲਾ ਆਇਆ। ਜੀਰੇ ਵਾਲੇ ਮਸਲੇ ਤੇ ਬਹੁਤ ਸਾਰਾ ਕੁਝ ਹੋਇਆ, ਸਰਕਾਰ ਨਾਲ ਗੱਲਬਾਤ ਹੁੰਦੀ ਰਹੀ, ਗੱਲਬਾਤ ਤੋਂ ਬਾਅਦ ਗੱਲਬਾਤ ਟੁੱਟ ਗਈ। ਗੱਲਬਾਤ ਟੁੱਟਣ ਤੋਂ ਬਾਅਦ ਬਹੁਤ ਸਾਰੇ ਸਰਕਾਰ ਤੇ ਧਰਨਾਕਾਰੀਆਂ ਵਿਚਕਾਰ ਬਹੁਤ ਤਿੱਖੀਆਂ ਟਿੱਪਣੀਆਂ ਹੁੰਦੀਆਂ ਰਹੀਆਂ। ਕਿਵੇਂ ਦੇਖਦੇ ਹੋ ਇਹ ਮਸਲਾ? ਤੁਹਾਨੂੰ ਲੱਗਦਾ ਪਹਿਲਾਂ ਹੈਂਡਲ ਹੋ ਜਾਣਾ ਚਾਹੀਦਾ ਸੀ? ਯਾਦਵਿੰਦਰ ਜੀ, ਇਹ ਮਸਲਾ ਮੌਜੂਦਾ ਸਰਕਾਰ ਦਾ ਤਾਂ ਹੈ ਨਹੀਂ ਗਾ। ਇਹ ਮਸਲਾ ਤਾਂ ਪੁਰਾਣਾ ਹੈ। ਜਿਹੜੇ ਉਹਦੇ ਮਾਲਕ ਨੇ ਉਹ ਕੌਣ ਨੇ, ਇਹ ਕੰਪਨੀ ਕਦੋਂ ਦੀ ਲੱਗੀ ਹੋਈ ਹੈ, ਇਹ ਸਮੱਸਿਆ ਕਦੋਂ ਸ਼ੁਰੂ ਹੋਈ? ਇਹ 8-9 ਮਹੀਨਿਆਂ ਦੇ ਵਿੱਚ ਤਾਂ ਸਮੱਸਿਆ ਨਹੀਂ ਆ ਗਈ ਪਹਿਲਾਂ। ਔਰ ਇਹਦੇ ਵਿੱਚ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਸ਼ਾਮਲ ਹੈ, ਇਹਦੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਸ਼ਾਮਲ ਹੈ। ਇਹ ਉਹਨਾਂ ਦੇ ਕਹੇ ਦੇ ਉੱਤੇ ਸਾਰਾ ਕੁਝ ਹੋ ਰਿਹਾ ਨਾ। ਤੁਸੀਂ ਕੰਟੈਂਪਟ ਆਫ ਕੋਰਟ ਕਿਵੇਂ ਜਿਹੜਾ ਉਹ ਝੱਲੋਗੇ? ਜਿਹੜੀ ਕਮੇਟੀ ਬਣੀ ਜਿਹਨੇ ਸੰਘਰਸ਼ ਕਰਨਾ ਸ਼ੁਰੂ ਕੀਤਾ, ਉਹਨਾਂ ਦੀ ਸਮੱਸਿਆ ਜਾਇਜ਼, ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਗਿਆ, ਉਹਨੂੰ ਕੱਟਿਆ ਨਹੀਂ ਜਾ ਸਕਦਾ। ਪਹਿਲਾ ਪਾਣੀ ਜੀਓ ਹੈ, ਜਿੱਤ ਹਰਿਆ ਸਭ ਕੁਝ। ਜੇ ਪਾਣੀ ਤੁਹਾਡੇ ਕੋਲੇ ਸ਼ੁੱਧ ਨਹੀਂ ਹੈਗਾ, ਹਵਾ ਸ਼ੁੱਧ ਨਹੀਂ ਹੈਗੀ, ਤਾਂ ਗੁਰੂ ਨਾਨਕ ਸਾਹਿਬ ਦਾ ਤਾਂ ਸੰਦੇਸ਼ ਬਹੁਤ ਸਾਰੇ ਸਾਲ ਪਹਿਲਾਂ ਸੀ। ਉਹ ਕਮੇਟੀ ਦੇ ਨਾਲ 2.5 ਘੰਟੇ ਮੀਟਿੰਗ ਹੋਈ ਮੁੱਖ ਮੰਤਰੀ ਸਾਹਿਬ ਦੀ। ਤੁਸੀਂ ਸੀ ਉਸ ਮੀਟਿੰਗ? ਹਾਂਜੀ। ਔਰ ਉਹ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਕਿ ਅਸੀਂ ਤੁਹਾਡੀ ਗੱਲ ਕੱਟ ਹੀ ਨਹੀਂ ਰਹੇ, ਤੁਸੀਂ ਉੱਥੇ ਬੈਠੇ ਵੀ ਹੋ ਧਰਨੇ ਤੇ, ਕੋਈ ਗੱਲ ਨਹੀਂ। ਕਮੇਟੀਆਂ ਅਸੀਂ ਜਿਹੜੀਆਂ ਉਹ ਬਣਾਤੀਆਂ, ਉਹ ਸੈਂਪਲ ਲੈਣਗੀਆਂ, ਉਹਨਾਂ ਸੈਂਪਲਸ ਦੀ ਰਿਪੋਰਟ ਆ ਲੈਣ ਦਿਓ, ਤੇ ਉਸ ਤੋਂ ਬਾਅਦ ਜੋ ਵੀ ਉਹ ਸੈਂਪਲ ਦੀ ਰਿਪੋਰਟ ਹੋਊਗੀ, ਸਰਕਾਰ ਜਿਹੜਾ ਉਹ ਲੋਕ ਪੱਖੀ ਫੈਸਲਾ ਲਊਗੀ। ਔਰ ਉਹ ਸੈਂਪਲਿੰਗ ਹੋਈ, ਉਹਦੀਆਂ ਸੈਂਪਲ ਦੀਆਂ ਰਿਪੋਰਟਾਂ ਆਈਆਂ, ਸੀਐਮ ਸਾਹਿਬ ਕੋਲੇ ਸਾਰਾ ਕੁਝ ਹੈ। ਜਿਹੜਾ ਉਹਨਾਂ ਨੇ ਜਿਸ ਦਿਨ ਐਲਾਨ ਕੀਤਾ ਉਹਦੇ ਵਿੱਚ ਵੀ ਉਹਨਾਂ ਨੇ ਇਹ ਗੱਲ ਕਹੀ ਕਿ ਅੱਜ ਮੈਂ ਉਸ ਜਗ੍ਹਾ ਦੇ ਉੱਤੇ ਹਾਂ ਕਿ ਇਸ ਫੈਕਟਰੀ ਨੂੰ ਤੁਰੰਤ ਬੰਦ ਕਰਨ ਦੇ ਜਿਹੜੇ ਉਹ ਹੁਕਮ ਦੇ ਰਹੇ ਆ। ਕਿਉਂ? ਕਿਉਂਕਿ ਉਹਨਾਂ ਦੇ ਕੋਲੇ ਸੋਲਿਡ ਜਿਹੜਾ ਸੀ ਉਹ ਸਾਰੇ ਰਿਪੋਰਟਾਂ ਆ ਗਈਆਂ, ਜਿਹੜੀਆਂ ਕਿ ਮੌਜੂਦਾ ਸਰਕਾਰ ਨੇ ਜਿਹੜੀਆਂ ਉਹ ਕਰਵਾਈਆਂ, ਜੋ ਕਰਵਾ ਸਕਦੀ ਸੀ। ਤਾਂ ਉਦੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਕਾਨੂੰਨੀ ਮਾਹਰਾਂ ਦੀ ਰਾਏ ਜਿਹੜੀ ਉਹ ਲੈ ਕੇ ਫਿਰ ਉਹਨਾਂ ਨੇ ਹੁਕਮ ਜਿਹੜੇ ਉਹ ਜਾਰੀ ਕੀਤੇ ਆ। ਇਹ ਮੌਜੂਦਾ ਸਰਕਾਰ ਦਾ ਕੋਈ ਵੀ ਇਸ਼ੂ ਨਹੀਂ ਸੀਗਾ, ਚਾਹੇ ਇਹ ਹੈ ਜਾਂ ਜਿਹੜੇ ਬਾਕੀਆਂ ਦੇ ਉੱਤੇ ਵੀ ਜਿੱਤੇ ਆਪਾਂ ਗੱਲ ਕਰਾਂਗੇ। ਤਾਂ ਪੁਰਾਣੀਆਂ ਸਰਕਾਰਾਂ ਦੇ ਬੀਜੇ ਹੋਏ ਕੰਡੇ ਨੇ ਨਾ, ਸੀਐਮ ਸਾਹਿਬ, ਮੁੱਖ ਮੰਤਰੀ ਭਗਵੰਤ ਮਾਨ ਹੋਰੀ, ਉਹ ਇੱਕ ਇੱਕ ਕਰਕੇ ਉਹ ਕੰਡੇ ਚੁਗਣ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਕੀ ਹੁਣ ਧਰਨਾ ਜੇ ਵੀ ਬਰਕਰਾਰ ਆ? ਉਹਨਾਂ ਦਾ ਕਹਿਣਾ ਕਿ ਜਦੋਂ ਤੱਕ ਰਿਪੋਰਟਸ ਨਹੀਂ ਆਉਂਦੀਆਂ, ਤੁਹਾਡੀ ਕੋਈ ਕਨਵਰਸੇਸ਼ਨ ਹੋ ਰਹੀ ਹੈ ਉਹਨਾਂ ਨਾਲ ਸਰਕਾਰ ਦੇ ਪੱਧਰ ਦੇ ਉੱਤੇ, ਜਾਂ ਤੁਸੀਂ ਉਹਨਾਂ ਨੂੰ, ਜਿਵੇਂ ਤੁਹਾਡੇ ਯਾਦ ਆ ਕਿਸਾਨਾਂ ਦਾ ਧਰਨਾ ਜਦੋਂ ਪੀਐਮ ਨੇ ਐਲਾਨ ਕੀਤਾ, ਕਿਸਾਨਾਂ ਨੇ ਕਿਹਾ ਸੀ ਚੁੱਕਣਾ ਨਹੀਂ ਧਰਨਾ, ਫਿਰ ਅਫਸਰ ਨੇ ਜਿਹੜੇ ਉਹ ਗੱਲਬਾਤ ਕਰਦੇ ਰਹੇ, ਕਨਵਿੰਸ ਕਰਦੇ ਰਹੇ, ਫਿਰ ਕਹੇਗਾ ਕਿ ਨੋਟੀਫਿਕੇਸ਼ਨ ਕਰ ਦਿਓ ਪ੍ਰੋਪਰਲੀ ਤੇ ਅਸੀਂ ਇਹਨੂੰ ਪਾਰਲੀਮੈਂਟ 'ਚ ਕਹਿ ਦਿਓ, ਫਿਰ ਅਸੀਂ ਇਹਨੂੰ ਚੁੱਕ ਲਾਂਗੇ। ਉਸ ਤੋਂ ਬਾਅਦ ਤੁਹਾਨੂੰ ਪਤਾ ਧਰਨਾ ਫਿਰ ਉੱਥੋਂ ਚੁੱਕਿਆ ਜਾਂਦਾ ਗਾ। ਤਾਂ ਹੁਣ ਧਰਨੇ ਦੇ ਉੱਤੇ ਉੱਥੇ ਬੈਠੇ ਨੇ, ਤੁਹਾਡੀ ਕਨਵਰਸੇਸ਼ਨ ਕੀ ਹੋ ਰਹੀ ਹੈਗੀ ਸਰਕਾਰ ਵੱਲੋਂ? ਦੇਖੋ, ਉਹ ਕਾਨੂੰਨ ਰੱਦ ਕਰਨ ਵਾਲੀ ਸੀ, ਉਹਦੇ ਵਿੱਚ ਪਾਰਲੀਮੈਂਟ ਜਿਹੜੀ ਸ਼ਾਮਲ ਸੀਗੀ। ਇਹ ਤਾਂ ਸਟੇਟ ਹੈੱਡ ਦੇ ਕੋਲੇ ਪਾਵਰ ਹੈ ਕਿ ਉਹ ਚਾਹੇ ਜਿਹੜੀ ਇੰਡਸਟਰੀ, ਉਹਨੂੰ ਲੱਗਦਾ ਕਿ ਇਹ ਇੰਡਸਟਰੀ ਜਿਹੜੀ ਲੋਕਾਂ ਨੂੰ ਮਾਰ ਰਹੀ ਹੈ ਤਾਂ ਉਹਨੂੰ ਬੰਦ ਕਰਨ ਦੇ ਹੁਕਮ ਜਦੋਂ ਸਟੇਟ ਹੈੱਡ ਨੇ ਦੇ ਦਿੱਤੇ ਨੇ ਤੇ ਉਹ ਫਾਈਨਲ ਸਮਝੇ ਜਾਣੇ ਚਾਹੀਦੇ ਨੇ। ਜੇ ਕੱਲ ਨੂੰ ਉਹਦੇ ਸਾਹਮਣੇ ਕੋਈ ਚੈਲੰਜ ਆਊਗਾ ਤੇ ਸਰਕਾਰ ਉਹਦੇ ਵਾਸਤੇ ਤਿਆਰ ਹੈ, ਉਸ ਚੈਲੰਜ ਨੂੰ ਫੇਸ ਕਰਨ ਦੇ ਵਾਸਤੇ। ਉਹ ਚਾਹੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਮਾਮਲੇ ਦੇ ਵਿੱਚ ਆਉਂਦਾ ਜਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਮਾਮਲੇ ਦੇ ਵਿੱਚ ਆਉਂਦਾ। ਆਫਟਰ ਆਲ ਜੇ ਸਟੇਟ ਹੈੱਡ ਨੇ ਫੈਸਲਾ ਲਿਆ ਤਾਂ ਉਹਨੇ ਸਾਰੇ ਇਹਨਾਂ ਜਿਹੜੇ ਕਾਨੂੰਨੀ ਨੁਕਤੇ ਨੇ ਉਹਨਾਂ ਨੂੰ ਵਿਚਾਰ ਕੇ ਹੀ ਜਿਹੜਾ ਜੀ ਉਹ ਲਿਆ। ਲੋਕਾਂ ਦਾ ਵਿਸ਼ਵਾਸ ਹੈ, ਕੋਈ ਗੱਲ ਨਹੀਂ, ਉਹ ਉੱਠ ਖੜਨਗੇ ਜੀ, ਉਹ ਸਾਡੇ ਨੇ, ਕੋਈ ਬਾਹਰੋਂ ਥੋੜੀ ਨੇ। ਤੇ ਰਿਪੋਰਟਸ ਬਾਰੇ ਵੀ ਜਿਹੜੀ ਗੱਲ ਚੱਲਦੀ ਹੈ ਕਿ ਰਿਪੋਰਟਸ ਜਨਤਕ ਹੋਣੀਆਂ ਚਾਹੀਦੀਆਂ ਨੇ, ਤੁਹਾਨੂੰ ਕੀ ਲੱਗਦਾ ਗਾ? ਮਤਲਬ ਸਰਕਾਰ ਰੈਡੀ ਹੈ ਇਸ ਗੱਲ ਦੇ ਲਈ? ਕਿਉਂਕਿ ਸਰਕਾਰ ਨੇ ਤਾਂ ਸੀਐਮ ਨੇ ਕੰਸਰਨ ਵੀ ਕਿਹਾ ਕਿ ਸਾਨੂੰ ਤਾਂ ਕੋਈ ਇਸ਼ੂ ਨਹੀਂ, ਜਿਵੇਂ ਤੁਸੀਂ ਵੀ ਇਸ ਰੈਫਰੈਂਸ ਨਾਲ ਗੱਲ ਕਰ ਰਹੇ ਹੋ। ਦੇਖੋ, ਜਦੋਂ ਕੋਈ ਪਬਲਿਕ ਡੋਮੇਨ ਦੇ ਉੱਤੇ ਚੀਜ਼ ਆ ਜਾਂਦੀ ਹੈ ਤੇ ਫਿਰ ਜਦੋਂ ਜਿਨ੍ਹਾਂ ਨੇ ਉਹਦਾ ਵਿਰੋਧ ਕਰਨਾ ਉਹਨਾਂ ਨੇ ਉਹਦੇ ਜਵਾਬ ਜਿਹੜੇ ਉਹ ਘੜ ਲੈਣੇ ਨੇ ਜਾਂ ਉਹਦੇ ਜਵਾਬ ਲੱਭ ਲੈਣੇ ਨੇ। ਮੇਰੀ ਚਾਚੇ, ਇਹ ਰਿਪੋਰਟਾਂ ਉੱਥੇ ਲਾਈਆਂ ਜਾਣਗੀਆਂ ਜੇ ਉਹ ਕੰਪਨੀ ਵਾਲੇ ਜਿਹੜੇ ਫੈਕਟਰੀ ਵਾਲੇ ਨੇ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਾਂਦੇ ਨੇ, ਜਾਂਦੇ ਨੇ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੈਸੇ ਕਹਿ ਰਹੇ ਕਿ ਅਸੀਂ ਇਹਨੂੰ ਚੈਲੰਜ ਵੀ ਕਰ ਸਕਦੇ ਜੇ ਉਹਨਾਂ ਦੇ ਕੋਲੇ ਹੱਕ ਆ, ਉਹਨਾਂ ਦਾ ਕਾਨੂੰਨੀ ਹੱਕ ਕੋਈ ਨਹੀਂ ਖੋ ਸਕਦਾ। ਪਰ ਸਰਕਾਰ ਇਸ ਮਾਮਲੇ ਦੇ ਉੱਤੇ, ਜਿਵੇਂ ਸੀਐਮ ਸਾਹਿਬ ਨੇ ਕਿਹਾ, ਉਹ ਸੋਲਿਡ ਹੈ। ਉਹਨਾਂ ਨੇ ਇਹਦੇ ਵਿੱਚ ਬੜਾ ਸਪਸ਼ਟ ਕਿਹਾ ਕਿ ਹੁਣ ਅਸੀਂ, ਜਾਂ ਉਹਨਾਂ ਨੇ ਕਿਹਾ ਕਿ ਹੁਣ ਮੈਂ ਇਸ ਫੈਸਲਾ ਲੈਣ ਦੀ ਸਥਿਤੀ ਦੇ ਵਿੱਚ ਹਾਂ ਕਿ ਮੈਂ ਉਹਨੂੰ ਬੰਦ ਕਰਨ ਦਾ ਹੁਕਮ ਦੇਣਾ। ਕੱਲ ਨੂੰ ਜਦੋਂ ਕਾਨੂੰਨੀ ਲੜਾਈ ਲੜਨੀ ਪਈ ਉਦੋਂ ਇਹ ਸਾਰਾ ਕੁਝ ਸਾਹਮਣੇ ਆ ਜਾਣਾ। ਤੇ ਪਿਛਲੇ ਦੌਰ ਦੇ ਅੰਦਰ ਸਕੂਲਾਂ ਨੂੰ ਲੈ ਕੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਦਿੱਲੀ ਦੇ ਅੰਦਰ ਵੀ, ਉਹ ਦਿੱਲੀ ਮਾਡਲ ਦੀ ਗੱਲ ਹੁੰਦੀ ਹੈ ਕਿ ਸਕੂਲ ਤੇ ਹੈਲਥ ਦੋ ਗੱਲਾਂ ਬਾਰੇ ਸਭ ਤੋਂ ਜ਼ਿਆਦਾ ਕਹਿੰਦੇ। ਜੇ ਮੈਂ ਤੁਹਾਡੇ ਤੋਂ ਪੁੱਛਾਂ ਇਹਨਾਂ ਮਹੀਨਿਆਂ ਦੇ ਅੰਦਰ ਤੁਸੀਂ ਦੱਸ ਸਕਦੇ ਹੋ ਕਿ ਸਾਡੀਆਂ 10 ਪ੍ਰਾਪਤੀਆਂ ਨੇ ਸਕੂਲਾਂ ਦੀਆਂ ਜਾਂ ਜਿਹੜੀਆਂ ਹੈਲਥ ਦੀਆਂ? ਦੇਖੋ, ਹੈਲਥ ਦਾ ਤਾਂ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ, 100 ਜਿਹੜੇ ਆਮ ਆਦਮੀ ਕਲੀਨਿਕ ਨੇ ਉਹ ਇਸ ਵੇਲੇ ਕੰਮ ਕਰ ਰਹੇ ਨੇ। 26 ਜਨਵਰੀ ਤੇ 500 ਹੋ ਜਾਣੀ ਉਹਨਾਂ ਦੀ ਗਿਣਤੀ। ਤੁਸੀਂ ਕਿਸੇ ਟਾਈਮ, ਮੈਂ ਤੁਹਾਨੂੰ ਇਹ ਕਹੂੰਗਾ ਕਿ ਤੁਸੀਂ ਵਿਜ਼ਿਟ ਕਰਕੇ ਆਉਣਾ ਤੇ ਉੱਥੇ ਇਹ ਦੇਖਣਾ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਕਿਹੋ ਜਿਹੀਆਂ ਛੋਟੀਆਂ-ਛੋਟੀਆਂ ਪ੍ਰੋਬਲਮਸ ਨੇ।
ਇੱਕ ਕਾਮਯਾਬ ਮੈਂ ਆਪਣੇ ਬਚਪਨ 'ਚ ਜਿਹੜਾ ਦੇਖਿਆ ਉਹ ਡਿਸਪੈਂਸਰੀ ਸਿਸਟਮ ਹੁੰਦਾ ਸੀਗਾ। ਇਹ ਉਹੋ ਜਿਹਾ ਹੀ ਢਾਂਚਾ ਹੈ। ਹਾਲਾਂਕਿ ਦਿੱਲੀ ਦੇ ਵਿੱਚ ਵੀ ਸੀ, ਪਰ ਪੰਜਾਬ ਦੇ ਕੋਲੇ ਤਾਂ ਜਗ੍ਹਾ ਵੀ ਹੈਗੀ ਹੈ, ਸਾਡੇ ਕੋਲੇ ਤਾਂ ਜਗ੍ਹਾ ਖੁੱਲੀ ਹੈਗੀ ਹੈ। ਇਹ ਬਿਹਤਰ ਤਰੀਕੇ ਦੇ ਨਾਲ ਵਰਕ ਜਿਹੜਾ ਉਹ ਕਰਨਗੇ, ਔਰ ਜਦੋਂ ਜਿਹੜੇ ਵੱਡੇ ਹਸਪੀਟਲ ਨੇ ਉਹਨਾਂ ਤੋਂ ਬੋਝ ਘਟੂਗਾ, ਕਿਉਂਕਿ ਛੋਟੀਆਂ-ਛੋਟੀਆਂ ਚੀਜ਼ਾਂ ਦੇ ਵਾਸਤੇ ਉਹਨਾਂ ਨੂੰ ਉੱਥੇ ਨਹੀਂ ਜਾਣਾ ਪਊਗਾ। ਪ੍ਰਾਈਵੇਟ ਡਾਕਟਰਸ ਜਿੱਥੇ ਉਹਨਾਂ ਦੇ ਬਹੁਤ ਸਾਰੀ ਲੁੱਟ ਵੀ ਹੁੰਦੀ ਹੈ, ਉੱਥੇ ਉਹਨਾਂ ਦੇ ਉਹ ਪੈਸੇ ਜਿਹੜੇ ਉਹ ਬਚਣਗੇ। 500 ਮੁਹੱਲਾ ਕਲੀਨਿਕ ਜਦੋਂ ਪੰਜਾਬ ਦੇ ਵਿੱਚ ਕੰਮ ਕਰਨਗੇ, ਤੁਸੀਂ ਸੋਚ ਸਕਦੇ ਆ ਕਿ ਕਿੱਡੀ ਵੱਡੀ ਚੇਨ ਹੈ। ਉਹਦੇ ਵਾਸਤੇ ਡਾਕਟਰ ਹਾਇਰ ਕੀਤੇ ਜਾ ਰਹੇ ਨੇ, ਉਹਦੇ ਵਿੱਚ ਜਿਹੜਾ ਦੂਸਰਾ ਸਟਾਫ ਹੈ, ਮੈਡੀਕਲ ਸਟਾਫ ਹੈ, ਉਹ ਆ ਜਾਣਾ। ਕਿੰਨੇ ਲੋਕਾਂ ਨੂੰ ਉਹਦੇ ਵਿੱਚ ਰੁਜ਼ਗਾਰ ਮਿਲਣਾ, ਉਹਦੀ ਸਾਫ਼ ਸਫਾਈ ਕਰਨ ਵਾਲੇ ਦਰਜਾ 4 ਮੁਲਾਜ਼ਮ ਜਿਹੜੇ ਨੇ ਉਹ ਭਰਤੀ ਕੀਤੇ ਜਾਣਗੇ। ਇਹ 2-3 ਤਰੀਕੇ ਨਾਲ ਕੰਮ ਹੋਊਗਾ ਨਾ। ਔਰ ਜਿਹੜੀਆਂ ਦਵਾਈਆਂ ਨੇ ਜਦੋਂ ਛੋਟੀ ਚੀਜ਼ ਦੇ ਵਾਸਤੇ ਦੇ ਦਿੱਤੀਆਂ ਜਾਣਗੀਆਂ, ਆਪਾਂ ਪਿੰਡਾਂ 'ਚ ਰਹਿਣ ਵਾਲੇ ਲੋਕ ਆ, ਆਪਾਂ ਨੂੰ ਵੀ ਇਸ ਗੱਲ ਦਾ ਪਤਾ। ਕਈ ਲੋਕ ਡਰਦੇ ਹੀ ਨਹੀਂ ਜਾਂਦੇ ਵੀ ਪਤਾ ਨਹੀਂ ਮੈਨੂੰ ਉੱਥੇ ਕਿਹੋ ਜਿਹੀ ਬਿਮਾਰੀ ਜਿਹੜੀ ਉਹ ਨਿਕਲ ਆਊਗੀ। ਉਹ ਕਿਸੇ ਨਾ ਕਿਸੇ ਤਰੀਕੇ ਨਾਲ ਆਉਣਗੇ। ਪੰਜਾਬ ਤੰਦਰੁਸਤੀ ਵਾਲੇ ਪਾਸੇ ਨੂੰ ਜਿਹੜਾ ਵਧੂਗਾ, ਜਿਹੜਾ ਕਿ ਪੰਜਾਬ ਬਿਮਾਰੀਆਂ ਦਾ ਕੁੱਜਾ ਬਣ ਗਿਆ ਪਿਛਲੇ ਸਮੇਂ ਦੇ ਦੌਰਾਨ। ਛੋਟੀਆਂ ਤੋਂ ਲੈ ਕੇ ਉਹ ਵੱਡੀਆਂ ਬਿਮਾਰੀਆਂ ਬਣਨੀਆਂ ਸ਼ੁਰੂ ਹੋ ਗਈਆਂ। ਉਹ ਹੈ ਜਿਹੜੀ ਪੇਰੈਂਟ ਟੀਚਰ ਮੀਟਿੰਗ ਹੈ, ਤੁਸੀਂ ਪਹਿਲਾਂ ਨਹੀਂ ਦੇਖੀ ਹੋਣੀ ਸਰਕਾਰੀ ਸਕੂਲਾਂ ਦੇ ਵਿੱਚ। ਉਹ ਮੁੱਖ ਮੰਤਰੀ ਸਾਹਿਬ ਆਪ ਗਏ ਕੁਝ ਥਾਵਾਂ ਦੇ ਉੱਤੇ। ਇਸ ਵੇਲੇ ਤੁਸੀਂ ਦੇਖੋ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਸਾਹਿਬ ਇੰਨੇ ਸੁਹਿਰਦ ਨੇ ਕਿ ਉਹਨਾਂ ਨੇ ਚਾਹੇ ਜਿਹੜੀ ਐਜੂਕੇਸ਼ਨ ਹਾਇਰ ਹੈ ਚਾਹੇ ਹੇਠਲੀ ਹੈ, ਉਹ ਦੋਨੋਂ ਜ਼ਿੰਮੇਵਾਰੀ ਜਿਹੜੀ ਹੈ ਹਰਜੋਤ ਸਿੰਘ ਬੈਂਸ ਉਹਨਾਂ ਨੂੰ ਇਸ ਕਰਕੇ ਦਿੱਤੀ ਕਿ ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਡਾਈਵਰਟ ਨਾ ਹੋਵੇ। ਉਹ ਮਿੱਥ ਕੇ ਇਹਦੇ ਉੱਤੇ ਜਿਹੜਾ ਉਹ ਕੰਮ ਕਰਨ। ਇਹਦੇ ਨਤੀਜੇ ਜਿਹੜੇ ਨੇ ਉਹ ਯਾਦਵਿੰਦਰ ਜੀ ਅਗਲੇ ਕੁਝ ਮਹੀਨਿਆਂ ਦੇ ਦੌਰਾਨ ਜਾਂ ਜਿਹੜਾ ਅਗਲਾ ਸਮੈਸਟਰ ਆ ਰਿਹਾ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਕਿੰਨੇ ਲੋਕ ਆਪਣੇ ਬੱਚਿਆਂ ਨੂੰ ਇਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਵਾਉਣਗੇ। ਸਭ ਤੋਂ ਤਿੱਖੇ ਮਾਮਲਿਆਂ 'ਚ ਤੁਹਾਡੇ ਖਿਲਾਫ ਲਤੀਫਪੁਰਾ ਵਾਲਾ ਜਿਹੜਾ ਮਸਲਾ, ਉਹ ਵੀ ਸਭ ਤੋਂ ਤਿੱਖੇ ਮਾਮਲਿਆਂ ਦੇ ਰੂਪ 'ਚ ਉੱਭਰਿਆ। ਬਾਅਦ 'ਚ ਉਹਦੇ 'ਤੇ ਸਰਕਾਰ ਨੇ ਕਿਹਾ ਕਿ ਅਸੀਂ ਸਾਰਾ ਕੁਝ ਠੀਕ ਕਰਾਂਗੇ, ਪਰ ਤੁਹਾਨੂੰ ਨਹੀਂ ਲੱਗਦਾ ਕਿ ਜੇ ਪਹਿਲਾਂ ਹੀ ਇਹ ਨਾ ਹੁੰਦਾ? ਦੇਖੋ, ਉਹ ਮਾਮਲਾ ਵੀ ਅਦਾਲਤ ਦੇ ਨਾਲ ਜੁੜਿਆ ਹੋਇਆ। ਉਹ ਕੋਈ ਇਹ ਤਾਂ ਹੈ ਨਹੀਂਗਾ ਕਿ ਮੌਜੂਦਾ ਸਰਕਾਰ ਨੇ ਉਹਨੂੰ ਉਜਾੜ ਦਿੱਤਾ ਉਹਨਾਂ ਨੂੰ। ਹੁਣ ਪ੍ਰੋਬਲਮ ਜਿਹੜੀ ਹੈ ਨਾ ਇਹ ਆਉਂਦੀ ਹੈ ਕੰਟੈਂਪਟ ਆਫ ਕੋਰਟ, ਜਿਹੜਾ ਅਦਾਲਤ ਦੀ ਮਾਨਹਾਨੀ। ਉਹ ਕੋਈ ਵੀ ਨਹੀਂ ਚੱਲਦਾ, ਨਾ ਤੁਸੀਂ ਚੱਲ ਸਕਦੇ ਨਾ ਮੈਂ ਚੱਲ ਸਕਦਾ, ਸਰਕਾਰਾਂ ਵੀ ਨਹੀਂ ਉਹਨੂੰ ਜਿਹੜਾ ਚੱਲ ਸਕਦੀਆਂ। ਕੁਛ ਨਾ ਕੁਛ ਉਹਦਾ ਹੱਲ ਕਿਵੇਂ ਲੱਭਿਆ ਜਾਣਾ ਚਾਹੀਦਾ ਸੀ। ਹਾਂ, ਸ਼ਾਇਦ ਕਿਤੇ ਨਾ ਕਿਤੇ ਹੋ ਸਕਦਾ ਕੋਈ ਮਿਸਟੇਕ ਰਹੀ ਹੋਵੇ, ਪਰ ਉਹ ਮਸਲਾ ਬਹੁਤ ਛੇਤੀ ਹੱਲ ਹੋਣ ਜਿਹੜਾ ਉਹ ਮੈਂ ਪੁੱਛ ਰਿਹਾ ਕਿ ਮਿਸਟੇਕ ਨਿਚਲੇ ਲੈਵਲ ਤੇ ਸੀ, ਪੋਲੀਟੀਕਲ ਲੈਵਲ ਤੇ ਸੀ, ਜਾਂ ਇਹ ਕਿਸੇ ਅਫਸਰ ਦੇ ਲੈਵਲ ਤੇ ਸੀ? ਨਹੀਂ, ਪੋਲੀਟੀਕਲ ਲੈਵਲ ਤੇ ਨਹੀਂ ਹੈ। ਪੋਲੀਟੀਕਲ ਲੈਵਲ ਦੇ ਉੱਤੇ ਤਾਂ ਹੋ ਹੀ ਨਹੀਂ ਸਕਦੀ ਨਾ। ਜਿਹੜੇ ਚਾਹੇ ਤੁਸੀਂ ਦੇਖੋ 92 MLA ਬਣੇ ਨੇ, ਤੁਸੀਂ ਰੋ ਦੇ ਵਿੱਚ 20 ਦੇ ਨਾਮ ਮੈਨੂੰ ਜਿਹੜਾ ਉਹ ਗਿਣ ਕੇ ਦਿਖਾ ਦਿਓ। ਉਹ ਤਾਂ ਆਮ ਘਰਾਂ ਦੇ ਜਿਹੜੇ ਉਹ ਮੁੰਡੇ ਕੁੜੀਆਂ ਨੇ ਨਾ, ਇਸ ਕਰਕੇ ਉਹ ਗਰਾਊਂਡ ਤੋਂ ਉੱਠੇ ਹੋਏ ਲੋਕ ਨੇ। ਉਹ ਕਿਵੇਂ ਇਸ ਤਰ੍ਹਾਂ ਦਾ ਸੋਚ ਸਕਦੇ ਨੇ? ਮੁੱਖ ਮੰਤਰੀ ਸਾਹਿਬ ਈਵਨ, ਤੁਸੀਂ ਉਹਨਾਂ ਨੂੰ ਕਿਹੜਾ ਨਹੀਂ ਜਾਣਦੇ, ਅੱਜ ਦੇ ਥੋੜੀ ਜਾਣਦੇ ਹੋ। ਉਹ ਕਦੀ ਸੋਚ ਸਕਦੇ ਆ ਕਿ ਇਸ ਤਰ੍ਹਾਂ ਦਾ ਜਿਹੜਾ ਉਹ ਉਜਾੜਾ ਕਿਸੇ ਦਾ ਹੋਵੇ? ਨਹੀਂ ਹੋਊਗਾ। ਉਹਨਾਂ ਦੇ ਜਿਹੜੇ ਮੁੜ ਵਸੇਵੇਂ ਵਾਲੇ ਜਿਹੜੇ ਯਤਨ ਨੇ ਉਹ ਨਿਰੰਤਰ ਜਾਰੀ ਨੇ, ਔਰ ਅਗਲੇ ਕੁਝ ਦਿਨਾਂ ਦੇ ਵਿੱਚ ਉਹ ਮਸਲਾ ਬਿਲਕੁਲ ਕੰਪਲੀਟ ਹੱਲ ਹੋ ਜਾਊਗਾ। ਉਹਦੇ ਪਿੱਛੇ ਕਈ ਜਿਹੜੀਆਂ ਉਹ ਚੀਜ਼ਾਂ ਪੁੱਛ ਸਕਦਾ ਕੀ ਰੋਡ ਤੁਸੀਂ ਕੀ ਬਣਾਇਆ? ਜਿਵੇਂ ਮੰਨ ਲਓ ਅੱਜ ਆਪਾਂ ਦੇਖਿਆ ਪਰਸੋਂ ਉੱਥੇ ਵੀ ਲੈਫਟ ਦੀਆਂ ਕੁਝ ਆਰਗੇਨਾਈਜੇਸ਼ਨਾਂ ਨੇ ਉੱਥੇ ਧਰਨਾ ਦਿੱਤਾ ਹੈਗਾ, ਤੇ ਲਗਾਤਾਰ ਇਹ ਮਸਲਾ ਚਰਚਾ ਚੱਲਦਾ ਰਹਿੰਦਾ ਹੈਗਾ। ਤਾਂ ਤੁਸੀਂ ਕੋਈ ਇਨੀਸ਼ੀਏਟਿਵ ਇਹਦੇ ਉੱਤੇ ਮਤਲਬ ਜਿਹੜਾ ਲੈਣ ਜਾ ਰਹੇ ਹੋ, ਉਹਦਾ ਕੀ ਰੋਡ ਮੈਪ ਹੈਗਾ? ਕੀ ਤੁਸੀਂ ਕਰਨ ਜਾ ਰਹੇ ਹੋਗੇ ਤਾਂ ਕਿ ਉਹ ਬਿਲਕੁਲ ਸੈਟੀਸਫਾਈਡ ਹੋ ਜਾਣ, ਦੇਖੋ ਉਹਨਾਂ ਦੇ ਕੋਈ ਸਵਾਲ ਨਾ ਰਹਿਣ? ਇਹ ਅਥਾਰਟੀ ਮੇਰੇ ਕੋਲੇ ਨਹੀਂ ਹੈ ਇਸ ਚੀਜ਼ ਦਾ ਜਵਾਬ ਦੇਣ ਦੀ। ਜਿਹੜੇ ਇਹਦੇ ਵਾਸਤੇ ਆਥੋਰਾਈਜ਼ ਨੇ, ਇਹਦਾ ਪ੍ਰੋਪਰ ਆਨਸਰ ਤੁਹਾਨੂੰ ਉਹ ਦੇਣਗੇ। ਪਿੱਛੇ ਖਬਰ ਆਈ ਸੀ ਕਿ ਮੁੱਖ ਮੰਤਰੀ ਖਫਾ ਨੇ ਅਫਸਰਾਂ ਤੋਂ। ਦੇਖੋ, ਮਤਲਬ ਖਬਰ ਛਪੀ, ਇਹ ਚਰਨਜੀਤ ਭੁੱਲਰ ਦੀ ਖਬਰ ਸੀ ਕਿ ਮੁੱਖ ਮੰਤਰੀ ਖਫਾ ਹੋਏ ਅਫਸਰਾਂ ਦੇ ਉੱਤੇ। ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਮੁੱਖ ਮੰਤਰੀ ਸਾਹਿਬ ਆਪਣੇ ਅਫਸਰਾਂ ਤੇ ਖਫਾ ਹੋਏ ਕਿ ਤੁਸੀਂ ਲਤੀਫਪੁਰੇ ਵਾਲਾ ਮਸਲਾ ਉਹ ਅਫਸਰਾਂ ਦੇ ਵਾਸਤੇ ਇੰਨੇ ਕੁ ਜਿਹੜੇ ਮੈਂ ਕਹਿੰਦਾ ਕਿ ਉਹਨਾਂ ਦੀ ਬੈਕਅਪ ਦੇ ਉੱਤੇ ਖੜੇ ਰਹਿੰਦੇ ਨੇ। ਮੈਂ ਖੁਦ ਵੇਖਦਾ, ਉਹ ਕਈ ਵਾਰੀ MLAs ਨੂੰ ਸਵਾਲ ਕਰ ਦਿੰਦੇ ਆ ਕਿ ਤੁਸੀਂ ਇਸ ਆਫੀਸਰ ਦੇ ਨਾਲ ਇਦਾਂ ਕਿਉਂ ਬੋਲੇ। ਜਿੰਨੀ ਬੈਕਅਪ ਅਫਸਰਾਂ ਦੀ ਮੌਜੂਦਾ ਮੁੱਖ ਮੰਤਰੀ ਕਰ ਰਹੇ ਨੇ, ਆਪਾਂ ਨੂੰ ਤਾਂ ਇੰਨੀ ਦੇਰ ਪੱਤਰਕਾਰੀ 'ਚ ਹੋ ਰਹੀ ਕਦੇ ਹੋਇਆ ਹੀ ਨਹੀਂ ਤਾਂ ਅਦਰਵਾਈਜ਼ ਹੁਣ ਤੱਕ ਤਾਂ ਸਲੂਟ ਹੀ ਮਰਵਾਏ ਜਾਂਦੇ ਸੀਗੇ ਨਾ ਉਹਨਾਂ ਤੋਂ, ਜਾਂ ਉਹਨਾਂ ਦੇ ਨਾਲ ਭੱਦੀ ਭਾਸ਼ਾ ਵਰਤੀ ਜਾਂਦੀ ਸੀ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਕਿਤੇ ਨਾ ਕਿਤੇ ਕੁਝ ਜਿਹੜੀਆਂ ਮਿਸਟੇਕਸ ਹੋਈਆਂ ਨੇ ਤਾਂ ਉਹਦਾ ਹੱਲ ਵੀ ਜਿਹੜਾ ਕੀਤਾ ਜਾ ਰਿਹਾ। ਅਗਲੇ ਕੁਝ ਦਿਨਾਂ ਦੇ ਦੌਰਾਨ ਉਹਨਾਂ ਦੇ ਮੁੜ ਵਸੇਵੇ ਦੇ ਵਾਸਤੇ ਤੁਹਾਡੇ ਸਾਹਮਣੇ ਸਾਰੇ ਪਲੈਨਿੰਗ ਆ ਜਾਣੀ ਹੈ। ਤੇ ਇੱਕ ਜਿਹੜਾ ਪਟਿਆਲੇ ਦੇ ਅੰਦਰ ਵੀ ਬੱਸ ਸਟੈਂਡ ਦਾ ਉਦਘਾਟਨ CM ਕਰਨ ਜਾ ਰਹੇ ਨੇ, ਤੇ ਉੱਥੇ ਵੀ ਹੋਰ ਕੁਝ ਇਸ਼ੂਜ਼ ਦੇ ਉੱਤੇ ਵੀ ਚਰਚਾ ਹੋ ਰਹੀ ਹੈ। ਪਟਿਆਲਾ ਕਿਉਂਕਿ ਤੁਹਾਡਾ ਆਪਣਾ ਇਲਾਕਾ ਹੈਗਾ, ਤੇ ਪਟਿਆਲੇ ਦੇ ਬਾਰੇ ਅਕਸਰ ਹੀ ਚਰਚਾ ਰਹਿੰਦੀ ਹੈਗੀ ਕਿ ਪਟਿਆਲੇ 'ਚ ਕੀ ਹੋ ਰਿਹਾ ਹੈਗਾ। ਯਾਦਵਿੰਦਰ, ਐਕਚੁਅਲੀ ਤਾਂ ਜਿਹੜੇ ਸ਼ਹਿਰ ਨੇ ਉਹ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਇਸ ਵੇਲੇ, ਵੱਡੇ ਸ਼ਹਿਰ ਉਹ ਟ੍ਰੈਫਿਕ ਦੀ ਸਮੱਸਿਆ ਦੇ ਨਾਲ ਜੂਝ ਰਹੇ ਨੇ। ਉੱਥੇ ਕੁਝ ਇਸ ਤਰੀਕੇ ਦੇ ਨਾਲ ਹੋਇਆ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ 2 ਵਾਰੀ ਮੁੱਖ ਮੰਤਰੀ ਰਹੇ ਨੇ, ਪਰ ਜੇ ਤੁਸੀਂ ਜਾ ਕੇ ਦੇਖੋਗੇ
ਪ੍ਰਨੀਤ ਕੌਰ ਹੋਰੀ ਤਾਂ ਅੱਜ ਵੀ ਮੈਂਬਰ ਪਾਰਲੀਮੈਂਟ ਨੇ, ਪਰ ਉਹ ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟ ਜਿਹੜਾ ਸੈਂਟਰ ਦਾ ਹੋਵੇ ਉਹ ਨਹੀਂ ਲੈ ਕੇ ਆਏ। ਇੱਕ ਜਿਹੜਾ ਈਵਨ ਪਾਸਪੋਰਟ ਦਾ ਆਫਿਸ ਸੀ ਉਹ ਵੀ ਨਹੀਂ ਉਹ ਲਿਆ ਸਕੇ ਸੀਗੇ। ਤੋ ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟ ਨਹੀਂ ਆਇਆ, ਕੋਈ ਇੰਡਸਟਰੀ ਨਹੀਂ ਉਹ ਲਿਆ ਸਕੇ। ਚਲੋ ਉਹ ਚੀਜ਼ਾਂ ਪਾਸੇ ਤੁਸੀਂ ਕਰ ਦਿਓ। ਜਿਹੜੇ ਉਹਨਾਂ ਨੇ ਤੁਸੀਂ ਜਾ ਕੇ ਦੇਖਣਾ, ਕਿਸੇ ਨੂੰ ਭੇਜਣਾ, ਇਹ ਕੀਤਾ ਉਹਨਾਂ ਨੇ ਕਿ ਜਿਹੜੀਆਂ ਬਿਜਲੀ ਦੀਆਂ ਤਾਰਾਂ ਨੇ ਉਹ ਅਸੀਂ ਅੰਡਰਗਰਾਊਂਡ ਕਰਾ ਦਾਂਗੇ। ਕੋਈ 1.5 ਸਾਲ ਪਹਿਲਾਂ ਨੀਂਹ ਪੱਥਰ ਵੀ ਰੱਖਿਆ ਹੈ, ਹੁਣ ਕੋਈ ਨੀਂਹ ਪੱਥਰ ਵੀ ਪੱਟ ਕੇ ਲੈ ਗਿਆ ਹੈ, ਉੱਥੇ ਖੰਭੇ ਵੀ ਪਏ ਨੇ। ਉਹ ਕਰਨੇ ਕਿਹਨੇ ਨੇ, ਕਦੋਂ ਕਰਨੇ ਸੀ, ਕਿਸੇ ਨੂੰ ਚੇਤਾ ਨਹੀਂਗਾ। ਟ੍ਰੈਫਿਕ ਦੀ ਸਮੱਸਿਆ ਨਾਲ ਪਟਿਆਲਾ ਜੂਝ ਰਿਹਾ, ਔਰ ਇਹ ਨਵਾਂ ਜਿਹੜਾ ਬੱਸ ਸਟੈਂਡ ਬਣ ਰਿਹਾ ਉਹ ਅਜੇ ਅਗਲੇ 1-2 ਮਹੀਨਿਆਂ ਦੇ ਵਿੱਚ ਜਿਹੜਾ ਉਹ ਤਿਆਰ ਹੋ ਜਾਣਾ। ਉਹਦੇ ਵਾਸਤੇ ਮੁੱਖ ਮੰਤਰੀ ਸਾਹਿਬ ਜਾ ਰਹੇ ਨੇ। ਸੈਂਟਰਲ ਲਾਇਬ੍ਰੇਰੀ ਹੈ, ਸੈਂਟਰਲ ਲਾਇਬ੍ਰੇਰੀ ਜਿਹੜੀ ਕਿ ਪਟਿਆਲੇ ਦੀ ਇੱਕ ਬਹੁਤ ਵੱਡੀ ਪਹਿਚਾਣ ਸੀ, ਉਹਦਾ ਆਡੀਟੋਰੀਅਮ ਜਿਹੜਾ ਡਿੱਗ ਪਿਆ ਜੀ, ਉਹਦੀ ਛੱਤ ਡਿੱਗ ਪਈ। ਤੁਸੀਂ ਦੇਖੋ ਕਿ ਐਡੇ ਵੱਡੇ ਅਹੁਦਿਆਂ ਦੇ ਉੱਤੇ ਉਹ ਰਹੇ ਹੋਣ, ਇਹ ਬਿਲਡਿੰਗਸ ਵੀ ਜਿਹੜੀਆਂ ਇਹ ਪੁਰਾਣੀਆਂ ਪੁਰਾਤਨ ਬਿਲਡਿੰਗਾਂ ਨੇ, ਉਹ ਆਡੀਟੋਰੀਅਮ ਤੱਕ ਉਹਨੂੰ ਰਿਪੇਅਰ ਨਹੀਂ ਕਰਵਾਇਆ ਗਿਆ। ਹੁਣ ਉਹ ਨਵੇਂ ਸਿਰੇ ਤੋਂ ਬਣਾਉਣਾ ਪੈਣਾ। ਉਹਦੇ ਵਾਸਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਅਸੀਂ ਉਹਨੂੰ ਬਣਾਵਾਂਗੇ। ਜਿਹੜੀ ਸੈਂਟਰਲ ਲਾਇਬ੍ਰੇਰੀ ਆ, ਉਹਦੀਆਂ ਜਿਹੜੀਆਂ ਕਿਤਾਬਾਂ ਨੇ ਉਹਨੂੰ ਡਿਜੀਟਲ ਤਰੀਕੇ ਦੇ ਨਾਲ ਸੰਭਾਲਿਆ ਜਾਊਗਾ। ਉਹਦੇ ਫੰਡਸ ਜਾਰੀ ਹੋ ਚੁੱਕੇ ਹੋਏ ਨੇ। ਇਹ ਕੁਝ ਪ੍ਰੋਜੈਕਟ ਨੇ ਜਿਨ੍ਹਾਂ ਦੇ ਉੱਤੇ ਮੁੱਖ ਮੰਤਰੀ ਸਾਹਿਬ ਪਟਿਆਲੇ ਦੇ ਵਿੱਚ ਆਉਂਦੇ ਦਿਨਾਂ ਜਾਣਗੇ ਤੇ ਇਹਨਾਂ ਦਾ ਜਿਹੜਾ ਉਹ ਉਦਘਾਟਨ ਕਰਨਗੇ। ਅੱਛਾ, ਚੋਣਾਂ ਤੁਹਾਡੇ ਮੂਹਰੇ ਜਦੋਂ ਤੁਸੀਂ ਜਿੱਤ ਕੇ ਆਏ, ਉਸ ਤੋਂ ਬਾਅਦ ਚੋਣਾਂ ਸਾਹਮਣੇ ਆ ਕੇ ਖੜੀ ਹੋ ਗਈ ਸੰਗਰੂਰ ਦੀ। ਉਸ ਚੋਣ ਦੇ ਅੰਦਰ ਝਟਕਾ ਲੱਗਿਆ ਆਮ ਆਦਮੀ ਪਾਰਟੀ ਨੂੰ। ਹੁਣ ਤੁਹਾਡੇ ਸਾਹਮਣੇ 2 ਚੋਣਾਂ ਖੜੀਆਂ ਨੇ, ਇੱਕ ਜਲੰਧਰ ਦੀ ਚੋਣ ਆ ਗਈ ਤੇ ਦੂਸਰੀ ਜਿਹੜੀ MCs ਦੀਆਂ ਸਾਡੀਆਂ ਚੋਣਾਂ ਆ ਰਹੀਆਂ ਨੇ ਪੰਜਾਬ ਦੀਆਂ, ਜਿਹੜੀਆਂ ਸ਼ਾਇਦ ਕੁਝ ਡਿਲੇ ਨੇ। ਕਿਵੇਂ ਮਤਲਬ ਚੋਣਾਂ ਨੂੰ ਕਿਵੇਂ ਦੇਖਦੇ ਹੋ, ਜਲੰਧਰ ਨੂੰ ਕਿਵੇਂ ਦੇਖਦੇ ਹੋ ਤੁਸੀਂ? ਕੌਣ ਹੋਏਗਾ ਕੈਂਡੀਡੇਟ, ਅਗਰ ਤੁਸੀਂ ਦੱਸ ਸਕਦੇ ਜਲੰਧਰ ਦਾ ਕੈਂਡੀਡੇਟ ਕੌਣ ਹੋਏਗਾ, ਜਾਂ ਜਲੰਧਰ ਦੇ ਅੰਦਰ ਤੁਹਾਡੀ ਕੀ ਰਣਨੀਤੀ ਹੈ? ਉੱਥੋਂ ਪਾਰਟੀ ਸੀਟ ਕਿਵੇਂ ਕੱਢੇਗੀ, ਜਾਂ MC ਚੋਣਾਂ ਦੇ ਲਈ ਜਿਹੜੀਆਂ ਆ ਰਹੀਆਂ ਨੇ ਜਿੰਨੀਆਂ ਵੀ ਨਗਰ ਨਿਗਮ ਦੀਆਂ, ਇਹਨਾਂ ਦੇ ਲਈ ਕੀ ਤਿਆਰੀ ਹੈ? ਮੁੱਖ ਮੰਤਰੀ ਜਿਹੜੇ ਨੇ ਸਾਡੇ ਭਗਵੰਤ ਮਾਨ ਹੋਰੀ, ਉਹਨਾਂ ਦੀ ਜਿਹੜੀ ਉਹ ਚੋਣ ਰਣਨੀਤੀ ਦੇ ਤਹਿਤ ਕੰਮ ਨਹੀਂ ਕਰਦੇ ਜੀ। ਉਹਨਾਂ ਦੇ ਜਿਹੜੇ ਕੰਮ ਕਰਨ ਦਾ ਸਟਾਈਲ ਵੱਖਰਾ। ਉਹ ਕਹਿੰਦੇ 5 ਸਾਲ ਸਾਨੂੰ ਲੋਕਾਂ ਨੇ ਦਿੱਤੇ ਆ, 5 ਸਾਲ ਬਾਅਦ ਤੁਸੀਂ ਸਾਨੂੰ ਸਵਾਲ ਕਰਿਓ ਵੀ ਤੁਸੀਂ ਵੀ ਆਏ ਸੀ, ਤੁਸੀਂ ਉਹਨਾਂ ਵਰਗੇ ਹੀ ਨਿਕਲੇ ਜਾਂ ਕੁਝ ਵੱਖਰਾ ਜਿਹੜਾ ਉਹ ਕਰਕੇ ਗਏ। ਪਿਛਲੇ 9-10 ਮਹੀਨੇ ਦੇ ਵਿੱਚ ਜਿੰਨਾ ਚਿਰ ਵੀ ਹੋਇਆ, ਕਦੀ ਕਿਸੇ ਪਾਰਟੀ ਨੇ ਇੰਨੇ ਕੰਮ ਕੀਤੇ ਆ। ਤੁਸੀਂ ਦੇਖੋ ਕਿਸਾਨਾਂ ਦਾ ਮਸਲਾ ਸੀ, ਅੱਜ ਕਿਸਾਨਾਂ ਦੇ ਕੋਈ ਪੈਸਾ ਜਿਹੜਾ ਖੰਡ ਮਿੱਲਾਂ ਵੱਲ ਨਹੀਂ ਖੜਾ, ਕਹਿੰਦਾ ਜੀ। ਝੋਨੇ ਦੇ ਸੀਜ਼ਨ ਦੇ ਦੌਰਾਨ ਬਿਜਲੀ ਦੀ ਸਪਲਾਈ ਨਿਰੰਤਰ ਉਹਨਾਂ ਨੂੰ ਰਹੀ। ਇੱਕ ਦਿਨ ਵੀ ਇੰਡਸਟਰੀ ਜਿਹੜੀ ਸੀ ਉਹਨੂੰ ਬੰਦ ਨਹੀਂ ਕਰਨਾ ਪਿਆ ਕਿ 2 ਦਿਨ ਦਾ ਤੁਸੀਂ ਨਾਗਾ ਪਾ ਲਓ, ਤੁਸੀਂ 3 ਦਿਨ ਦਾ ਨਾਗਾ ਪਾ ਲਓ। ਫਿਰ ਝੋਨਾ ਜਿਹੜਾ ਪ੍ਰੋਪਰ ਤਰੀਕੇ ਦੇ ਨਾਲ ਚੁੱਕਿਆ ਗਿਆ, ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਈ। ਜਿੰਨੀਆਂ ਮੀਟਿੰਗਸ 8-9 ਮਹੀਨਿਆਂ ਦੇ ਦੌਰਾਨ ਕਿਸਾਨ ਆਗੂ ਮੁੱਖ ਮੰਤਰੀ ਸਾਹਿਬ ਨਾਲ ਕਰ ਆਏ, ਇੰਨੀਆਂ ਮੀਟਿੰਗਸ ਤਾਂ 10 ਸਾਲਾਂ ਦੇ ਦੌਰਾਨ ਉਹਨਾਂ ਆਗੂਆਂ ਨੇ ਕਦੇ ਕਿਸੇ ਮੁੱਖ ਮੰਤਰੀ ਦੇ ਨਾਲ ਨਹੀਂ ਹੋਈਆਂ ਹੋਣਗੀਆਂ। ਇਹ ਤੁਸੀਂ ਵੀ ਕਵਰ ਜਿਹੜਾ ਉਹ ਕਰਦੇ ਰਹੇ ਹੋ। ਚਾਹੇ ਇਹ ਮਸਲੇ ਸੀਗੇ, ਚਾਹੇ ਜਿੰਨੇ ਵੀ ਜਿਹੜੇ ਆਮ ਲੋਕਾਂ ਦੇ ਨਾਲ ਜੁੜੇ ਹੋਏ ਮਸਲੇ ਨੇ, ਜਿੰਨੀਆਂ ਮੀਟਿੰਗਸ ਮੈਂ ਦੇਖਦਾ ਮੁੱਖ ਮੰਤਰੀ ਸਾਹਿਬ ਡੇਲੀ ਬੇਸਿਸ ਦੇ ਉੱਤੇ ਕਰਦੇ ਨੇ, ਅੱਜ ਤੱਕ ਕਦੀ ਕਿਸੇ ਮੁੱਖ ਮੰਤਰੀ ਨੇ ਨਹੀਂ ਕੀਤੀਆਂ। ਉਹ ਕਿੱਥੇ ਕਿੱਥੇ ਜਾ ਰਹੇ ਨੇ ਕਿ ਸਾਨੂੰ ਕਿਸੇ ਤਰੀਕੇ ਦੇ ਨਾਲ ਕੁਝ ਇੰਡਸਟਰੀ ਜਿਹੜੀ ਹੈ ਇੱਥੇ ਆ ਜਾਵੇ, ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਜਿਹੜਾ ਉਹ ਮਿਲ ਸਕੇ। ਉਹ ਇਸ ਕਰਕੇ ਥੋੜੀ ਕਿ ਜਲੰਧਰ ਵਾਲੀ ਚੋਣ ਜਿੱਤਣੀ ਹੈ ਜਾਂ ਨਗਰ ਨਿਗਮ ਦੀਆਂ ਚੋਣਾਂ ਜਿੱਤਣੀਆਂ ਨੇ। ਉਹ ਤਾਂ ਇੱਕ ਮਿਸ਼ਨ ਦੇ ਉੱਤੇ ਨੇ। ਉਹਨਾਂ ਨੇ ਇਹ ਗੱਲ ਕਹੀ ਸੀ ਆਪ ਵੀ, ਮੈਂ ਮਿਸ਼ਨ ਤੇ ਹਾਂ, ਮੈਂ ਕਮਿਸ਼ਨ ਤੇ ਨਹੀਂ। ਕੋਈ ਅੱਜ ਤੱਕ ਇਹ ਤਾਂ ਨਹੀਂ ਕਹਿ ਸਕਿਆ ਕਿ ਮੁੱਖ ਮੰਤਰੀ ਸਾਹਿਬ ਦੇ ਉੱਤੇ ਕੋਈ ਇਲਜ਼ਾਮ ਲੱਗਿਆ ਜਾਂ ਉਹਨਾਂ ਦੇ ਨੇੜੇ ਤੇੜੇ ਵਾਲਿਆਂ ਦੇ ਉੱਤੇ ਕਿਸੇ ਕਿਸਮ ਦਾ ਕੋਈ ਇਲਜ਼ਾਮ ਲੱਗਿਆ। ਜਲੰਧਰ ਵਾਲੀ ਚੋਣ ਜਾਂ ਨਿਗਮ ਚੋਣਾਂ ਨਹੀਂ ਜੀ, ਜਿਹੜੇ 5 ਸਾਲ ਮਿਲੇ ਨੇ ਉਹਨੂੰ ਸਾਹਮਣੇ ਰੱਖ ਕੇ ਮੁੱਖ ਮੰਤਰੀ ਸਾਹਿਬ ਕੰਮ ਕਰ ਰਹੇ ਨੇ। ਫਿਰ ਵੀ ਮੈਂ ਤੁਹਾਡੇ ਤੋਂ ਬਿਲਕੁਲ ਪੋਲੀਟੀਕਲ ਜਵਾਬ ਚਾਹਾਂ ਇਸ ਮਸਲੇ ਦਾ। ਚੋਣਾਂ ਦੀਆਂ ਤਿਆਰੀਆਂ ਤਾਂ ਕੋਈ ਕਰੇਗੀ ਨਾ ਆਮ ਆਦਮੀ ਪਾਰਟੀ। ਮਤਲਬ ਉਹ ਜਿਹੜੀ ਬੈਲਟ ਹੈਗੀ ਪੂਰੀ ਦਲਿਤ ਹਾਰਟਲੈਂਡ ਦੇ ਤੌਰ ਦੇ ਉੱਤੇ ਜਾਣੀ ਜਾਂਦੀ ਹੈ, ਜਿਹੜਾ ਜਲੰਧਰ ਦਾ ਇਲਾਕਾ, ਜਿਹੜਾ ਦੁਆਬੇ ਦਾ ਇਲਾਕਾ ਹੈਗਾ, ਹੈ ਨਾ, ਉਹ 'ਚ 6 ਮਹੀਨਿਆਂ ਦੇ ਅੰਦਰ ਹੋਣੀ ਹੁੰਦੀ ਹੈ ਚੋਣ। ਆਪਾਂ ਨੂੰ ਪਤਾ ਇਹ ਜਿਹੜੀ ਲੋਕ ਸਭਾ ਦੀ ਚੋਣ ਆ 6 ਮਹੀਨਿਆਂ ਦੇ ਅੰਦਰ ਹੋਣੀ ਹੈਗੀ। ਉਹਨੂੰ ਲੈ ਕੇ ਕੀ ਤਿਆਰੀ ਕੀ ਹੈ ਤੁਹਾਡੀ? ਯਾਦ ਹੁੰਦੇ ਜਿਹੜੀਆਂ ਪਿਛਲੀਆਂ ਚੋਣਾਂ ਸੀ ਨਾ, ਉਹਦੇ ਵਿੱਚ ਕੋਈ ਪੱਤਾ ਕਿਸੇ ਪਾਰਟੀ ਦਾ ਨਹੀਂ ਚੱਲਿਆ। ਉਹਦੇ ਵਿੱਚ ਜਿਹੜੇ ਪੰਥਕ ਅਖਵਾਉਣ ਵਾਲੇ ਸੀ, ਪੰਥ ਦੇ ਨਾਂ ਤੇ ਰਾਜਨੀਤੀ ਕਰਦੇ ਸੀ, ਉਹ ਵੀ ਹਾਰ ਗਏ। ਠੀਕ ਹੈ ਨਾ ਜੀ। ਜਿਹੜੇ ਜਾਤ ਦੇ ਆਧਾਰਿਤ ਰਾਜਨੀਤੀ ਕਰਦੇ ਸੀ, ਉਹ ਵੀ ਹਾਰ ਗਏ। ਜਿਹੜੇ ਕਹਿੰਦੇ ਸੀ ਅਸੀਂ ਇਸ ਫਿਰਕੇ ਨੂੰ ਸਪੈਸ਼ਲੀ ਤੌਰ ਦੇ ਉੱਤੇ ਰਿਪਰੈਜ਼ੈਂਟ ਕਰਦੇ ਹਾਂ, ਉਹ ਵੀ ਹਾਰ ਗਏ। ਉਹ ਵੋਟਾਂ ਪੰਜਾਬੀਆਂ ਨੇ ਪਾਈਆਂ ਨੇ, ਸਾਰਿਆਂ ਨੇ ਇਕੱਠੇ ਹੋ ਕੇ ਪਾਈਆਂ ਨੇ। 92 ਐਵੇਂ ਥੋੜੀ ਆ ਗਏ। ਇਸ ਕਰਕੇ ਪੰਜਾਬ ਨੇ ਤਾਂ ਇੱਕ ਉਹ ਸਿਰਜ ਦਿੱਤਾ ਮਾਹੌਲ ਜਿਹੜਾ ਪਿਛਲੀਆਂ 22 ਦੀਆਂ ਚੋਣਾਂ ਦੇ ਦੌਰਾਨ, ਕਿ ਜਾਤ ਪਾਤ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ, ਜੇ ਜਲੰਧਰ ਵਾਲੀ ਚੋਣ ਦੀ ਤੁਸੀਂ ਗੱਲ ਕਰਦੇ ਹੋ, ਨਿਗਮ ਦੀ ਚੋਣ ਦੀ ਵੀ ਜੇ ਤੁਸੀਂ ਗੱਲ ਕਰਦੇ ਹੋ, ਲੋਕੀ ਕੰਮ ਦੇਖਣਗੇ। ਲੋਕੀ ਦੇਖਣਗੇ ਕਿ ਹੈਲਥ ਜਿਹੜਾ ਉਹ ਸਿਸਟਮ ਕਿਸ ਪਾਸੇ ਵੱਲ ਨੂੰ ਕਿਵੇਂ
ਡੇ ਬਾਈ ਡੇ ਜਿਹੜਾ ਵਧੀਆ ਹੁੰਦਾ ਤੁਰਿਆ ਜਾ ਰਿਹਾ, ਐਜੂਕੇਸ਼ਨ ਦਾ ਸਿਸਟਮ ਕਿਵੇਂ ਡੇ ਬਾਈ ਡੇ ਵਧੀਆ ਹੁੰਦਾ ਤੁਰਿਆ ਜਾ ਰਿਹਾ। ਤੁਸੀਂ ਅੱਜ ਤੱਕ ਪਹਿਲਾਂ ਕਦੀ ਨਿਯੁਕਤੀ ਪੱਤਰ ਪਹਿਲੇ 9-10 ਮਹੀਨਿਆਂ ਦੇ ਵਿੱਚ ਵੰਡਦੇ ਦੇਖਿਆ ਜੀ? ਇਹ ਤਾਂ ਅਖੀਰਲੇ ਦਿਨਾਂ ਦੇ ਵਿੱਚ ਚਲੋ 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 ਭੱਜੋ ਭੱਜੋ, ਉਹ ਨਾਲ ਦੀ ਨਾਲ ਉਹ ਅਦਾਲਤਾਂ ਦੇ ਵਿੱਚ ਜਾ ਕੇ ਚੈਲੰਜ ਹੋ ਜਾਂਦੇ ਸੀ ਤੇ ਕਹਾਣੀ ਉੱਥੇ ਦੀ ਉੱਥੇ ਰਹਿ ਜਾਂਦੀ ਸੀ। ਅੱਜ ਓਵਰਏਜ ਕਿਉਂ ਹੋਏ ਜੀ ਸਾਰੇ? ਕਿਉਂ ਉਹ ਜਿਹੜੇ ਸੀ ਕੰਟਰੈਕਟ ਬੇਸ ਦੇ ਉੱਤੇ ਲੈਣ ਦੇ ਗਏ? ਈਵਨ ਕਰੋਨਾ ਵਾਰੀਅਰ ਜਿਹੜੇ ਸੀਗੇ ਉਹਨਾਂ ਨੂੰ ਰੱਖਿਆ, ਮੁੜ ਕੇ ਸ਼ਾਮ ਨੂੰ ਕਹਿਤਾ ਸਵੇਰੇ ਤੁਸੀਂ ਕੰਮ ਦੇ ਉੱਤੇ ਨਹੀਂ ਆਉਣਾ। ਉਹ ਸਾਰਾ ਕੁਝ ਜਿਹੜੀਆਂ ਨੇ ਚੋਰ ਮੋਰੀਆਂ ਬੰਦ ਕਰਨ ਦੇ ਯਤਨਾਂ ਦੇ ਵਿੱਚ ਨੇ। ਇਸ ਕਰਕੇ ਪੰਜਾਬੀ ਇਸ ਗੱਲ ਨੂੰ ਹੁੰਗਾਰਾ ਦੇਣਗੇ, ਉਹ ਇਸ ਚੀਜ਼ ਦੇ ਉੱਤੇ ਵੋਟਾਂ ਨਹੀਂ ਪਾਉਣਗੇ ਕਿ ਕਿਸ ਜਗ੍ਹਾ ਦੇ ਉੱਤੇ ਕਿਹੜੀ ਭਾਈਚਾਰੇ ਦਾ ਕਿਹੜੀ ਕਮਿਊਨਿਟੀ ਦਾ ਕਿੰਨਾ ਉੱਥੇ ਉਹਨਾਂ ਦੇ ਵੋਟ ਬੈਂਕ ਹੈ ਜੀ। ਅੱਛਾ, ਇੱਕ ਗੱਲ ਦੀ ਚਰਚਾ ਜਿਹੜੀ ਸਭ ਤੋਂ ਜ਼ਿਆਦਾ ਹੁੰਦੀ ਆਮ ਆਦਮੀ ਪਾਰਟੀ ਬਾਰੇ, ਜੇ ਮੈਂ ਪਿੰਡ ਜਾਂਦਾ ਗਾ, ਕਿਸੇ ਰਿਸ਼ਤੇਦਾਰੀ ਜਾਂਦੇ ਹੋ, ਕਵਰੇਜ ਕਰਨ ਜਾਂਦੇ ਹੈਗੇ ਹੈ ਨਾ, ਤਾਂ ਸਭ ਤੋਂ ਜ਼ਿਆਦਾ ਜ਼ੀਰੋ ਬਿੱਲ ਦੀ ਚਰਚਾ ਹੁੰਦੀ ਹੈਗੀ। ਲੋਕ ਕਹਿੰਦੇ ਹੈਗੇ ਯਾਰ ਆਹ ਵਧੀਆ ਕੰਮ ਹੋਇਆ, ਉਹ ਸਾਥੋਂ ਪੁੱਛਦੇ ਹੈਗੇ, ਉਹਨਾਂ ਨੂੰ ਲੱਗਦਾ ਵੀ ਇਹਨਾਂ ਨੂੰ ਜ਼ਿਆਦਾ ਬਤਾਓ, ਉਹਨਾਂ ਨੂੰ ਖਦਸ਼ਾ ਕਿਤੇ ਇਹ ਕੰਟੀਨਿਊ ਰਹੂਗਾ, ਕਿਤੇ ਇਹ ਤਾਂ ਨਹੀਂ ਹੋਊਗਾ ਹੁਣ ਜ਼ੀਰੋ ਬਿੱਲ ਆ ਰਹੇ ਨੇ ਸਾਡੇ ਜ਼ੀਰੋ ਬਿੱਲ ਆਉਣੇ ਬੰਦ ਹੋ ਜਾਣ। ਤੁਸੀਂ 92% ਦਾ ਦਾਅਵਾ ਕੀਤਾ ਔਰ ਆ ਵੀ ਰਹੇ ਨੇ, 'ਚ ਕੋਈ ਦੋ ਰਹਿ ਨਹੀਂ। ਉਹਨਾਂ ਨੂੰ ਖਦਸ਼ਾ ਬਹੁਤ ਆ ਕਿਤੇ ਜ਼ੀਰੋ ਬਿੱਲ ਬੰਦ ਨਾ ਹੋ ਜਾਣ। ਜ਼ੀਰੋ ਬਿੱਲ ਵਾਲੇ ਦੇ ਉੱਤੇ ਬਹੁਤ ਜ਼ਿਆਦਾ ਚਰਚਾ ਹੁੰਦੀ ਹੈ, ਹੋਰ ਬਹੁਤ ਸਾਰੀਆਂ ਆਲੋਚਨਾਵਾਂ ਹੋ ਸਕਦੀਆਂ, ਪਰ ਜ਼ੀਰੋ ਬਿੱਲ ਦੇ ਉੱਤੇ ਬੜੇ ਪੋਜ਼ਿਟਿਵ ਕਮੈਂਟ ਕਰਦੇ ਆ ਜਦੋਂ ਲੋਕ ਜਾਂਦੇ ਹੈਗੇ। ਇਹ ਤੁਸੀਂ ਕਹਿ ਰਹੇ ਹੋ ਨਾ, ਇਹ ਲੋਕਾਂ ਦੇ ਮਨ 'ਚ ਖਦਸ਼ਾ ਹੈਗਾ। ਮੈਂ ਪੁੱਛ ਰਿਹਾ ਲੋਕ ਇਹ ਸਵਾਲ ਕਰਦੇ ਨੇ ਕਿਤੇ ਇਹ ਕੰਟੀਨਿਊ ਰਹੂਗਾ। ਦੇਖੋ, ਨਾ ਤਾਂ ਇਹ ਅਖੀਰਲਾ ਸਾਲ ਹੈ ਸਰਕਾਰ ਦਾ, ਤੇ ਨਾ ਵਿਧਾਨ ਸਭਾ ਦੀਆਂ ਚੋਣਾਂ ਕੋਈ ਬਹੁਤ ਨੇੜੇ ਜਿਹੜੀਆਂ ਉਹ ਪਈਆਂ ਨੇ। ਪਹਿਲੇ ਸਾਲ 'ਚ ਵਾਅਦਾ ਕੀਤਾ ਸੀ ਨਾ, ਇਹ ਮੈਂ ਤਾਂ ਨਹੀਂ ਜ਼ਿਕਰ ਕੀਤਾ, ਤੁਸੀਂ ਜ਼ਿਕਰ ਕੀਤਾ ਨਾ ਕਿ ਪਿੰਡਾਂ ਦੇ ਵਿੱਚ ਸਭ ਤੋਂ ਵੱਧ ਚਰਚਾ ਹੁੰਦੀ ਹੈ, ਕੋਈ ਦੋ ਰਹਿ ਨਹੀਂ, ਜਿਹਦਾ 5000 ਰੁਪਈਆ, ਜਿਹਦਾ 6000 ਰੁਪਈਆ, 7000 ਰੁਪਈਆ ਜਿਹਦਾ ਬਚ ਗਿਆ, ਤੁਸੀਂ ਇਹ ਸੋਚੋ ਕਿ ਉਹ ਕਿੰਨਾ ਉਹਦੇ ਵਾਸਤੇ ਕੰਮ ਕਰਦਾ ਹੋਊਗਾ। 5-6000 ਰੁਪਈਆ ਸਭ ਤੋਂ ਜ਼ਿਆਦਾ ਚਰਚਾ ਇਸੇ ਚੀਜ਼ ਦਾ ਹੁੰਦਾ ਸੀ ਵੀ ਇੱਕ ਬਲਬ ਹੈ, ਇੱਕ ਪੱਖਾ ਆ, 5000 ਰੁਪਈਆ ਬਿੱਲ। ਇਹ ਤਾਂ ਜੇ ਤੁਸੀਂ ਕਿਸੇ ਕਾਂਗਰਸੀ ਦੇ ਘਰੇ ਚਲੇ ਜਾਓ, ਕਿ ਅਕਾਲੀ ਦੇ ਚਲੇ ਜਾਓ, ਉਹਦੇ ਵੀ ਚਰਚਾ ਹੁੰਦੀ ਹੈ ਨਾ ਜੀ। ਤਾਂ ਜੇ ਪਹਿਲੇ ਸਾਲ ਦੇ ਵਿੱਚ, ਪਹਿਲੇ ਮਹੀਨਿਆਂ ਦੇ ਵਿੱਚ ਸਰਕਾਰ ਨੇ ਕਰ ਦਿੱਤਾ, ਤੇ ਸਰਕਾਰ ਅਗਲੇ ਮਹੀਨਿਆਂ ਦੇ ਵਿੱਚ, ਅਗਲੇ ਸਾਲਾਂ ਦੇ ਵਿੱਚ ਕਿਵੇਂ ਵਾਪਸ ਲੈ ਲੂਗੀ ਇਸ ਚੀਜ਼ ਨੂੰ? ਬਿਲਕੁਲ ਨਹੀਂ ਜਿਹੜਾ ਜੀ ਉਹ ਲੈ ਸਕਦੀ। ਰੈਵਨਿਊ ਜਿਹੜਾ ਉਹ ਜਨਰੇਟ ਹੋਣਾ ਸ਼ੁਰੂ ਹੋ ਗਿਆ, GST ਦੀ ਕਲੈਕਸ਼ਨ ਜਿਹੜੀ ਉਹ ਵਧੀ ਹੈ, ਚੋਰ ਮੋਰੀਆਂ ਬੰਦ ਹੋ ਰਹੀਆਂ ਨੇ, ਇਹ ਰੋਜ਼ ਦੀਆਂ ਰਿਪੋਰਟਾਂ ਨੇ। ਤੇ ਉਹ ਪੈਸਾ ਜਿਹੜਾ ਆ ਉਹ ਕਿੱਥੇ ਲੱਗ ਰਿਹਾ? ਲੋਕਾਂ ਦੇ ਵਾਸਤੇ ਲੱਗ ਰਿਹਾ, ਲੋਕਾਂ ਦੇ ਉੱਤੇ ਲੱਗ ਰਿਹਾ। ਅੱਛਾ, ਸੈਂਟਰ ਸਟੇਟ ਰਿਲੇਸ਼ਨ, ਤੁਸੀਂ ਤਾਂ ਲਗਾਤਾਰ ਜਰਨਲਿਜ਼ਮ ਕਰਦੇ ਰਹੇ ਹੋ, ਪੜ੍ਹਦੇ ਲਿਖਦੇ ਰਹੇ ਹੋ, ਹਮੇਸ਼ਾ ਇਸ਼ੂ ਰਿਹਾ ਗਾ ਇੰਡੀਆ ਦੇ ਅੰਦਰ ਸੈਂਟਰ ਸਟੇਟ ਰਿਲੇਸ਼ਨ, ਫੈਡਰਲਿਜ਼ਮ ਨੂੰ ਲੈ ਕੇ ਹਮੇਸ਼ਾ ਵੱਡੇ ਸਵਾਲ ਉੱਠਦੇ ਰਹੇ ਆ। ਇਹ 'ਤੇ ਬਹੁਤ ਸਾਰਾ ਕੁਝ ਹੋਇਆ। CM ਦਾ ਬਿਆਨ ਆਇਆ ਕਿ ਰਾਜਪਾਲ ਆ ਜਿਹੜੇ ਕੇਂਦਰ ਦੇ ਇਸ਼ਾਰੇ ਦੇ, ਕੇਂਦਰ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਕਰ ਰਿਹਾ ਗਾ। ਤਾਂ ਆਪਾਂ ਦੇਖਿਆ ਦਿੱਲੀ ਦੇ ਅੰਦਰ ਵੀ LG ਵਰਸਸ ਆਪਾਂ ਦੇਖਿਆ, ਹੁਣ ਕੇਜਰੀਵਾਲ ਸਾਹਿਬ ਨੇ ਧਰਨਾ ਤੱਕ ਮਤਲਬ ਇਕੱਠੇ ਕਰਕੇ ਸਾਰੇ ਕਿਹਾ ਕਿ ਸਾਡੇ ਬੱਚਿਆਂ ਨੂੰ ਜਾਣ ਨਹੀਂ ਦੇ ਰਹੇ ਫਿਨਲੈਂਡ। ਤੇ ਹੁਣ ਪੰਜਾਬ ਦੇ ਅੰਦਰ ਵੀ ਆਪਾਂ ਪਿਛਲੇ ਦਿਨਾਂ ਦੇ ਅੰਦਰ ਦੇਖਿਆ ਜੋ ਚੀਜ਼ਾਂ ਹੋਈਆਂ ਨੇਗੀਆਂ, ਤੇ CM ਨੇ ਜਾ ਕੇ ਬਿਆਨ ਇਹ ਬਾਹਰਲੀ ਸਟੇਟ ਦੇ ਅੰਦਰ ਸਟੇਜ ਦੇ ਉੱਤੋਂ ਦਿੱਤਾ ਕਿ ਇਹ ਗੜਬੜ ਹੋ ਰਹੀ ਹੈਗੀ। ਤੁਸੀਂ ਕਿਵੇਂ ਦੇਖਦੇ ਹੋ ਇਸ ਗੱਲ ਨੂੰ? ਤੁਸੀਂ ਬਹੁਤ ਕਲੋਜ਼ਲੀ ਵਾਚ ਕਰਦੇ ਹੋ, ਇਹ ਕੰਟਰਾਡਿਕਸ਼ਨ ਕਿਵੇਂ ਘਟੇ ਸਟੇਟ ਤੇ? ਕਿਉਂਕਿ ਮੋਦੀ ਜਦੋਂ ਆਏ ਨੇ ਉਹਨਾਂ ਨੇ ਇੱਕ ਸ਼ਬਦ ਵਰਤਿਆ ਸੀ, ਕੋਆਪਰੇਟਿਵ ਫੈਡਰਲਿਜ਼ਮ, ਸਹਿਯੋਗੀ ਸੰਘਵਾਦ। ਤੁਹਾਨੂੰ ਲੱਗਦਾ ਉਹ ਸਰਵਾਈਵ ਕਰੂਗਾ ਜਾਂ ਆਉਣ ਵਾਲੇ ਦਿਨਾਂ 'ਚ ਕੰਟਰਾਡਿਕਸ਼ਨ ਤਿੱਖੀ ਹੋ ਸਕਦੀ ਹੈ? ਆਪਾਂ ਬਹੁਤ ਸਾਰੀਆਂ ਸਟੇਟਾਂ 'ਚ ਦੇਖ ਰਹੇ ਹਾਂ, ਮਮਤਾ ਵਰਸਸ ਗਹਿਲੋਤ ਨੇ ਕਹਿਤਾ, CBI ਨੇ ਮਮਤਾ ਦੀ ਸੈਂਟਰ ਨਾਲ ਖੜਕੀ, ਕਿੰਨੀਆਂ ਸਟੇਟਾਂ ਦੀ ਸੈਂਟਰ ਨਾਲ ਖੜਕੀ। ਦੇਖੋ, ਜਦੋਂ GST ਆਈ ਸੀਗੀ ਤੇ ਇਹਦੇ ਸਭ ਤੋਂ ਜ਼ਿਆਦਾ ਇਹਨੂੰ ਸਲਾਉਣ ਵਾਲੇ ਮਨਪ੍ਰੀਤ ਸਿੰਘ ਬਾਦਲ ਹੋਰੀ ਸੀ, ਤੇ ਫਿਰ ਸਭ ਤੋਂ ਵੱਧ ਚੀਕਾਂ ਵੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਮਾਰੀਆਂ ਸੀ। ਅੱਜ ਉਸੇ BJP ਦੀਆਂ ਪਾਲਿਸੀਜ਼ ਨੂੰ ਉਹ ਸਲਾਹ ਰਹੇ ਨੇ। ਸਟੇਟਾਂ ਜਿਹੜੀਆਂ ਨੇ, ਜਿਹੜੀ ਉਹਨਾਂ ਦੀ ਕਲੈਕਸ਼ਨ ਆ, ਉਹ ਤਾਂ ਉਹਨਾਂ ਤੱਕ ਵਾਪਸ ਜਿਹੜੀ ਉਹ ਪਹੁੰਚਣੀ ਚਾਹੀਦੀ ਹੈ ਨਾ। ਇਹ ਜਿਹੜਾ ਪੀੜਾ ਕੀਤਾ ਜਾ ਰਿਹਾ ਕਿਤੇ ਨਾ ਕਿਤੇ, ਚਾਹੇ ਤੁਸੀਂ ਦੇਖੋ ਜਿਹੜੇ ਫੰਡਸ ਨੇ ਮੰਡੀਆਂ ਦੇ ਵਿੱਚੋਂ ਉਗਰਾਹੇ ਜਾਂਦੇ ਨੇ, ਉਹ ਰੋਕਣ ਦੀ ਗੱਲ ਆ ਗਈ। ਹੁਣ ਪਿਛਲੀਆਂ ਸਰਕਾਰਾਂ ਦੇ ਦੌਰਾਨ ਉਹ ਫੰਡਸ ਕਿਤੇ ਗਲਤ ਜਗ੍ਹਾ ਦੇ ਉੱਤੇ ਵਰਤ ਹੁੰਦੇ ਰਹੇ ਨੇ, ਰੂਰਲ ਡਿਵੈਲਪਮੈਂਟ ਫੰਡ। ਜੇ ਉਹ ਗਲਤ ਵਰਤ ਹੁੰਦੇ ਰਹੇ ਨੇ ਤਾਂ ਮੌਜੂਦਾ ਸਰਕਾਰ ਉਹਨਾਂ ਨੂੰ ਸਹੀ ਕਰਨ ਦੇ ਯਤਨਾਂ ਦੇ ਵਿੱਚ ਹੈ। ਆ ਜਿਹੜੀ ਤੁਸੀਂ ਗੱਲ ਕਰਦੇ ਹੋ, ਦੇਖੋ ਸਟੇਟ ਜਿਹੜੀ ਆ, ਕਿਉਂਕਿ ਭਾਰਤ ਸਟੇਟ ਦੇ ਤੌਰ ਦੇ ਉੱਤੇ ਹੀ ਜਾਣਿਆ ਜਾਂਦਾ, ਇਹ ਬਹੁਤ ਸਾਰੀਆਂ ਸਟੇਟਾਂ ਦਾ ਸਮੂਹ ਹੈ ਇੱਕ, ਹਾਂਜੀ। ਹਾਂ, ਜੇ ਸਟੇਟ ਸਟਰੋਂਗ ਰਹਿੰਦੀਆਂ ਨੇ ਤਾਂ ਮੁਲਕ ਸਟਰੋਂਗ ਹੈ। ਇਹ ਗੱਲ ਤਾਂ ਜਿਹੜੀ ਕਿਸੇ ਤੋਂ ਮੇਰਾ ਖਿਆਲ ਭੁੱਲੀ ਹੈ ਹੀ ਨਹੀਂ, ਨਾ ਇਹ ਭੁੱਲਣੀ ਚਾਹੀਦੀ ਹੈ ਕਦੀ ਵੀ। ਜੇ ਸਟੇਟ ਕਮਜ਼ੋਰ ਹੋਈਆਂ ਤਾਂ ਮੁਲਕ ਕਮਜ਼ੋਰ ਹੋਊਗਾ। ਦੁਨੀਆ ਦੇ ਫੈਡਰਲਿਜ਼ਮ 'ਚ ਆਪਾਂ ਦੇਖਦੇ ਹਾਂ, ਅਮਰੀਕਾ ਦੇਖੋ, ਕੈਨੇਡਾ ਦੇਖੋ, ਕਿੰਨੀਆਂ ਉਹਦੀਆਂ ਸਟੇਟਸ ਨੂੰ ਰਾਈਟ ਉਹ ਬਿਲਕੁਲ ਹੀ ਹੁੰਦਾ। ਫੈਡਰਲ ਸਰਕਾਰ ਕੁਛ ਹੋਰ ਕਰ ਰਹੀ ਹੁੰਦੀ ਹੈ ਤੇ ਸਟੇਟ ਦੀ ਸਰਕਾਰ ਕੁਛ ਹੋਰ ਕਰਦੀ। ontario ਦੀ, ਕੈਨੇਡਾ ਦੇ ਵਿੱਚ ਈਵਨ ਜਿਹਨੂੰ ਫੈਡਰਲ ਦੇ ਵਿੱਚ ਜਿਹਨੂੰ ਲੋਕ ਚੁਣਦੇ ਆ ਉਹਨੂੰ ਸਟੇਟ 'ਚ ਹਰਾ ਦਿੰਦੇ ਆ, ਜਿਹਨੂੰ ਸਟੇਟ ਦੇ ਵਿੱਚ ਚੁਣਦੇ ਆ ਉਹਨੂੰ ਫੈਡਰਲ ਦੇ ਵਿੱਚ ਹਰਾ ਦਿੰਦੇ। ਉਹਨਾਂ ਨੂੰ ਲੱਗਦਾ ਕਿ ਫੈਡਰਲ ਤੌਰ ਦੇ ਉੱਤੇ ਸਾਨੂੰ ਆਹ ਠੀਕ ਲੱਗਦਾ ਸਟੇਟ ਲੈਵਲ, ਹਾਲਾਂਕਿ ਸਾਡੇ ਲੋਕ ਅਜੇ ਇੰਨੇ ਅਗਾਂਹ ਵਧੂ ਜਿਹੜੇ ਉਹ ਨਹੀਂ ਹੋਏ। ਪਰ ਇੱਕ ਗੱਲ ਜ਼ਰੂਰ ਹੈ
ਕਿ ਸਟੇਟਾਂ ਦੇ ਪੱਧਰ ਦੇ ਉੱਤੇ ਲੋਕਾਂ ਦੇ ਵਿੱਚ ਅਵੇਅਰਨੈਸ ਆ ਰਹੀ ਆ। ਪੰਜਾਬ ਵਰਗੀ ਸਟੇਟ ਦੇ ਵਿੱਚ ਤਾਂ ਘੱਟੋ ਘੱਟ ਅਵੇਅਰਨੈਸ ਇਹ ਹੈਗੀ ਹੈ। ਮਨਪ੍ਰੀਤ ਬਾਦਲ ਦਾ ਜ਼ਿਕਰ ਤੁਸੀਂ ਕਰਤਾ, ਮੈਂ ਆਉਣਾ ਹੀ ਸੀ ਉਹਦੇ ਤੇ। ਮਨਪ੍ਰੀਤ ਬਾਦਲ ਦੀ ਐਂਟਰੀ ਨੂੰ ਕਿਵੇਂ ਦੇਖਦੇ ਹੋ ਬੀਜੇਪੀ ਤੁਸੀਂ? ਮੈਂ ਭਗਵੰਤ ਮਾਨ ਤੇ ਜਿਹੜੇ ਮਨਪ੍ਰੀਤ ਬਾਦਲ ਨੇ, ਤੁਹਾਡੇ ਯਾਦ ਆ, ਇੱਕੋ ਪਾਰਟੀ 'ਚ ਇੱਕੋ ਸਮੇਂ, ਔਰ ਸ਼ੁਰੂਆਤ ਜੇ ਆਪਾਂ ਕਹੀਏ ਸੀਐਮ ਸਾਹਿਬ ਦੀ ਉਹ ਹੁੰਦੀ ਹੈਗੀ ਪੀਪੀਪੀ ਦੇ ਜ਼ਰੀਏ। ਇੱਕ ਗਾਣਾ ਵੀ ਗਾਇਆ ਸੀ, ਸਾਡੇ ਦਿਲਾਂ ਵਿੱਚ ਵਸ ਗਈ ਪੀਪੀਪੀ। ਐਕਚੁਅਲੀ ਕੀ ਆ ਕਿ ਬਹੁਤ ਕੁਝ ਬਦਲ ਗਿਆ ਉਦੋਂ ਤੋਂ ਲੈ ਕੇ ਹੁਣ ਤੱਕ। ਲੋਕਾਂ ਦੇ ਵਿੱਚ ਇੱਕ ਅਵੇਅਰਨੈਸ ਆ ਗਈ, ਪੋਲੀਟੀਕਲ ਤੌਰ ਦੇ ਉੱਤੇ ਅਵੇਅਰਨੈਸ ਆ ਗਈ। ਉਸ ਪੋਲੀਟੀਕਲ ਅਵੇਅਰਨੈਸ ਦਾ ਇੱਕ ਸਿੱਟਾ ਸੀਗਾ ਕਿ ਜਿਹੜੇ ਸ਼ੇਅਰ ਸੁਣਾ ਕੇ ਲੋਕਾਂ ਨੂੰ, ਮੈਂ ਅੱਜ ਇੱਕ ਵੀਡੀਓ ਦੇਖ ਰਿਹਾ ਸੀ ਯਾਦਵਿੰਦਰ, ਉਹਦੇ ਵਿੱਚ ਨਾ ਉਹ ਇਹ ਕਹਿ ਰਹੇ ਨੇ ਕਿ ਮਹਾਤਮਾ ਗਾਂਧੀ ਹੋਰਾਂ ਨੇ, ਕਹਿੰਦੇ ਉਹਨਾਂ ਨੂੰ ਟ੍ਰੇਨ ਦੇ ਵਿੱਚੋਂ, ਮਨਪ੍ਰੀਤ ਬਾਦਲ ਹੋਰੀ ਬੋਲ ਰਹੇ ਨੇ ਕਿ ਟ੍ਰੇਨ 'ਚੋਂ ਕੱਢ ਦਿੱਤਾ ਸੀ ਉਹਨਾਂ ਨੂੰ, ਤਾਂ ਉਹ ਕਹਿੰਦੇ ਕੋਈ ਨਹੀਂ, ਹੁਣ ਮੈਂ ਤੁਹਾਨੂੰ ਮੁਲਕ 'ਚੋਂ ਕੱਢੂੰਗਾ। ਉਹ ਕਹਿੰਦੇ ਅੱਜ ਕਾਂਗਰਸ ਇਹ ਤਹਈਆ ਕਰ ਰਹੀ ਹੈ ਕਿ ਅਸੀਂ ਬੀਜੇਪੀ ਨੂੰ ਮੁਲਕ ਦੇ ਵਿੱਚੋਂ ਕੱਢ ਦਿਆਂਗੇ। ਇਹ ਉਹਨਾਂ ਦੀ ਵਰਡਿੰਗ ਹੈ। ਅੱਜ ਉਹ ਉਹਨਾਂ ਦੇ ਕੁੱਛੜ ਜਾ ਕੇ ਬਹਿ ਗਏ ਨੇ। ਦੇਖੋ, ਜ਼ੀਰੋ ਤਾਂ ਜ਼ੀਰੋ ਹੀ ਰਹਿਣਾ। ਇਹ ਨਕਾਰੇ ਹੋਏ ਲੋਕ ਨੇ। ਇੱਕ ਐਮਸੀ ਚੋਣਾਂ ਲੜਨ ਵਾਲੇ ਵਿਅਕਤੀ ਨੇ 60,000 ਪਲੱਸ ਵੋਟਾਂ ਦੇ ਨਾਲ ਉਹਨਾਂ ਨੂੰ ਹਰਾਤਾ। ਬਠਿੰਡੇ ਦੇ ਵਿੱਚ ਕੀ ਛੱਡਿਆ ਉਹਨਾਂ ਨੇ, ਜਾਂ ਉਹਨਾਂ ਦੇ ਨੇੜੇ ਤੇੜੇ ਰਿਸ਼ਤੇਦਾਰਾਂ ਨੇ? ਕਿਹੜਾ ਟੈਕਸ ਮਸ਼ਹੂਰ ਸੀ, ਤੁਹਾਨੂੰ ਕਿਹੜਾ ਨਹੀਂ ਪਤਾ? ਇਹ ਤਾਂ ਸ਼ੁਕਰ ਹੈ ਚਿਮਨੀਆਂ ਬਚ ਗਈਆਂ ਨੇ, ਤਾਂ ਹੁਣ ਨੂੰ ਚਿਮਨੀਆਂ ਵੀ ਸੁੱਟੀਆਂ ਹੁੰਦੀਆਂ। ਤੁਹਾਡੀ ਸਰਕਾਰ ਕਹਿੰਦੀ ਉਸ ਟੈਕਸ ਦੇ ਉੱਤੇ ਇਨਕੁਆਇਰੀ ਬਿਠਾ ਰਹੀ ਹੈ। ਚਲੋ, ਉਹ ਇਹ ਮੁੱਖ ਮੰਤਰੀ ਸਾਹਿਬ ਦੇ ਲੈਵਲ ਤੱਕ ਦੇ ਜਿਹੜੀ ਉਹ ਗੱਲ ਹੈ, ਉਹ ਉਹਨਾਂ ਨੇ ਬਿਠਾਉਣੀ ਪਿਛਲੇ ਦਿਨਾਂ ਦੇ ਅੰਦਰ ਕਿ ਬਠਿੰਡਾ ਰਿਫਾਈਨਰੀ ਦਾ, ਉਹ ਤਾਂ ਜਿਹੜਾ ਗੁੰਡਾ ਟੈਕਸ ਵਸੂਲਿਆ ਜਾ ਰਿਹਾ, ਉਹਦੀ ਜਾਂਚ ਚੱਲ ਰਹੀ ਹੈ। ਬਿਲਕੁਲ ਉਹਦੀ ਜਾਂਚ ਚੱਲ ਰਹੀ ਹੈ। ਗੁੰਡਾ ਟੈਕਸ ਤਾਂ ਉਹ ਤੋਂ ਬਿਲਕੁਲ ਸੈਪਰੇਟ ਹੈ ਨਾ। ਜਿਹੜਾ ਟਰੱਕ ਵੜੂਗਾ ਉਹਦੇ ਉੱਤੇ ਗੁੰਡਾ ਟੈਕਸ ਲਾਇਆ ਹੋਇਆ ਸੀ। ਕੌਣ ਉਹ ਗਰਾਉਂਦਾ ਰਿਹਾ, ਕਿਸੇ ਨੂੰ ਭੁੱਲ ਥੋੜੀ ਹੈ। ਪਰ ਉਹਦੀ ਪ੍ਰੋਪਰ ਜਿਹੜੀ ਆ ਉਹ ਛਾਣਬੀਣ ਹੋਊਗੀ ਤੇ ਫਿਰ ਅਸਲ ਚਿਹਰੇ ਸਾਹਮਣੇ ਆਉਣਗੇ ਨਾ। ਅੱਛਾ, ਬੀਜੇਪੀ ਦੀ ਵੈਸੇ ਐਂਟਰੀ ਨੂੰ ਪੰਜਾਬ 'ਚ ਕਿਵੇਂ ਦੇਖਦੇ ਹੋ ਤੁਸੀਂ? ਕਿਉਂਕਿ ਅਕਾਲੀ ਦਲ ਸੀ, ਕਾਂਗਰਸ ਸੀ, ਅਕਸਰ ਇਹਨਾਂ ਦਾ ਆਪਸ 'ਚੋਂ ਚੱਲਦਾ ਸੀ। ਤੀਜੀ ਆਈ ਆਮ ਆਦਮੀ ਪਾਰਟੀ, ਪਹਿਲੀ ਵਾਰ ਹਾਰੀ, ਦੂਜੀ ਵਾਰ 92 MLA ਲੈ ਕੇ ਜਿੱਤੇ। ਹੁਣ ਬੀਜੇਪੀ ਕਹਿੰਦੇ ਆ ਸਾਰਾ ਹੀ ਜ਼ੋਰ ਮਾਰ ਰਹੀ ਹੈ, ਹਮੇਸ਼ਾ ਪਟਿਆਲੇ 'ਚ ਹੀ ਰੈਲੀ ਕਰ ਰਹੇ ਨੇ, ਤੇ ਇਹ ਵੀ ਮੰਨਿਆ ਜਾ ਰਿਹਾ ਕਿ ਉੱਥੇ 2 ਸਾਬਕਾ ਅਕਾਲੀ ਸ਼ਾਮਲ ਹੋ ਸਕਦੇ ਨੇ। ਹੋਰ ਬੀਜੇਪੀ ਪੂਰਾ ਮਾਹੌਲ ਬਣਾ ਰਹੀ ਹੈ, ਯਾਨੀ ਜੱਟ ਸਿੱਖ ਚਿਹਰਿਆਂ ਨੂੰ ਖਾਸ ਤੌਰ ਦੇ ਉੱਤੇ ਆਪਾਂ ਦੇਖ ਰਹੇ ਹਾਂ ਵੱਡੇ ਪੱਧਰ ਦੇ ਉੱਤੇ ਬੀਜੇਪੀ ਲੈ ਕੇ ਆਈ ਹੈਗੀ, ਔਰ ਲੋਕ ਸਭਾ 'ਚ ਵੀ ਕਿਹਾ ਜਾ ਰਿਹਾ ਮਜ਼ਬੂਤ ਕੈਂਡੀਡੇਟ ਦੇਣਗੇ। ਕਿਵੇਂ ਦੇਖਦੇ ਹੋ ਤੁਸੀਂ 2024 ਨੂੰ? ਤੁਸੀਂ ਪਿੰਡਾਂ 'ਚ ਬਿੱਲਾਂ ਵਾਲੀ ਗੱਲ ਸੁਣ ਰਹੇ ਹੋ ਨਾ, ਲੋਕਾਂ ਤੋਂ ਜਾ ਕੇ ਉਹਨਾਂ ਨੂੰ ਪੁੱਛ ਲਿਓ, ਜਵਾਬ ਤੁਹਾਨੂੰ ਉਹ ਦੇ ਦੇਣਗੇ। ਚਿਹਰਿਆਂ ਦੀ ਰਾਜਨੀਤੀ ਨਹੀਂ ਹੈਗੀ ਜੀ। ਚਿਹਰਿਆਂ ਦੀ ਰਾਜਨੀਤੀ ਪੰਜਾਬ ਦੇ ਵਿੱਚ ਨਹੀਂ ਚੱਲਦੀ ਜੀ। ਇੱਥੇ ਮੁੱਦਿਆਂ ਦੇ ਉੱਤੇ ਆਧਾਰਿਤ ਜਿਹੜੀ ਰਾਜਨੀਤੀ ਹੈ ਉਹ ਚੱਲਦੀ ਹੈ। ਜਿਹੜੀਆਂ ਕਿਸਾਨਾਂ ਨੇ ਜਿਹੜਾ ਮੋਰਚਾ ਲਾਇਆ ਸੀਗਾ, ਉਹਨਾਂ ਦੀਆਂ ਮੰਗਾਂ ਤਾਂ ਅੱਜ ਵੀ ਉੱਥੇ ਹੀ ਖੜੀਆਂ ਨੇ ਨਾ। ਕਿੰਨੀਆਂ ਕੁ ਉਹ ਹੱਲ ਹੋ ਗਈਆਂ। ਤੁਸੀਂ ਕਿਸਾਨ ਆਗੂਆਂ ਦੀ ਗੱਲ ਨਾ ਕਰਨਾ, ਕਿਸਾਨਾਂ ਦੀ ਗੱਲ ਜਿਹੜੀ ਉਹ ਕਰਨਾ। ਅੱਜ ਵੀ ਫਿਕਰ ਤਾਂ ਉਹਨਾਂ ਨੂੰ ਹੈਗਾ ਨਾ ਕਿ ਕਾਰਪੋਰੇਟ ਜਿਹੜਾ ਉਹ ਬੜੀ ਤੇਜ਼ੀ ਦੇ ਨਾਲ ਵੱਧਦਾ ਤੁਰਿਆ ਆਉਂਦਾ। ਉਹਨਾਂ ਦੀਆਂ ਜ਼ਮੀਨਾਂ ਦਾ ਕੀ ਬਣੂਗਾ, ਉਹਨਾਂ ਦੀਆਂ ਫਸਲਾਂ ਦਾ ਕੀ ਬਣੂ, ਉਹਦੇ ਵਿੱਚ ਹੀ ਜਵਾਬ ਲੁਕਿਆ ਹੋਇਆ। ਦੂਜੀ ਗੱਲ ਹੈ ਯਾਦਵਿੰਦਰ, ਜਿਹੜੇ ਲੋਕਾਂ ਨੂੰ ਹਰਾ ਦਿੱਤਾ ਲੋਕਾਂ ਨੇ, ਪੰਜਾਬ ਦੇ ਲੋਕਾਂ ਨੇ, ਤੁਸੀਂ ਉਹਨਾਂ ਹਾਰੇ ਹੋਏ ਲੋਕਾਂ ਨੂੰ ਲੈ ਕੇ ਰਾਜਨੀਤੀ ਕਿਵੇਂ ਕਰ ਲਓਗੇ? ਤਾਂ ਬੀਜੇਪੀ ਦਾ ਕੋਈ ਭਵਿੱਖ ਤੁਸੀਂ ਪੰਜਾਬ 'ਚ ਦੇਖਦੇ ਹੋ, ਜਾਂ ਤੁਹਾਨੂੰ ਲੱਗਦਾ ਬੀਜੇਪੀ ਦਾ ਕੋਈ ਭਵਿੱਖ ਨਹੀਂ ਹੈ ਪੰਜਾਬ 'ਚ? ਦੇਖੋ, ਸਿਆਸਤ ਕਰਨ ਦਾ, ਚੋਣਾਂ ਲੜਨ ਦਾ ਹੱਕ ਹਰੇਕ ਨੂੰ ਹੈ, ਤਾਂ ਸੰਵਿਧਾਨ ਹੱਕ ਦਿੰਦਾ। ਕੋਈ ਵੀ ਆ ਸਕਦਾ। ਬੀਜੇਪੀ ਬਹੁਤ ਵੱਡੀ ਪਾਰਟੀ ਹੈ, ਕੱਲ੍ਹ ਨੂੰ ਕੋਈ ਨਵੀਂ ਪਾਰਟੀ ਵੀ ਆ ਸਕਦੀ ਹੈ। ਜਿੱਥੋਂ ਤੱਕ ਗੱਲ ਹੈ ਚਿਹਰਿਆਂ ਦੀ ਰਾਜਨੀਤੀ, ਬੀਜੇਪੀ ਚਿਹਰਿਆਂ ਦੀ ਰਾਜਨੀਤੀ ਇਸ ਵੇਲੇ ਕਰ ਰਹੀ ਹੈ। ਉਹਨੂੰ ਲੱਗਦੇ ਇੱਕ ਬਹੁਤ ਵੱਡੇ ਵੱਡੇ ਚਿਹਰੇ ਨੇ, ਕੈਪਟਨ ਅਮਰਿੰਦਰ ਸਿੰਘ ਹੋਰੀ ਹੋ ਗਏ, ਮਨਪ੍ਰੀਤ ਬਾਦਲ ਹੋ ਗਏ, ਰਾਣਾ ਸੋਢੀ। ਹਾਂਜੀ, ਪਰ ਇਹਦਾ ਇੱਕ ਦੂਸਰਾ ਪੱਖ ਇਹ ਹੈ ਜੀ ਕਿ ਚਿਹਰਿਆਂ ਦੀ ਜਿਹੜੀ ਰਾਜਨੀਤੀ ਆ ਉਹਨੂੰ ਨਕਾਰਿਆ 22 ਦੀਆਂ ਚੋਣਾਂ ਨੇ। ਉਹਨੇ ਵੱਡੇ ਵੱਡੇ ਚਿਹਰੇ ਜਿਹੜੇ ਨੇ ਉਹ ਲਾਂਭੇ ਕਰ ਦਿੱਤੇ, ਜਿਨ੍ਹਾਂ ਦਾ ਆਪਾਂ ਜ਼ਿਕਰ ਕਰ ਰਹੇ, ਸਾਰੇ ਹਾਰੇ ਹੋਏ ਨੇ। ਕੋਈ ਸੋਚ ਸਕਦਾ ਸੀਗਾ ਪ੍ਰਕਾਸ਼ ਸਿੰਘ ਬਾਦਲ ਚੋਣ ਹਾਰ ਜਾਣਗੇ, ਸੁਖਬੀਰ ਸਿੰਘ ਬਾਦਲ ਚੋਣ ਹਾਰ ਗਏ, ਮਨਪ੍ਰੀਤ ਬਾਦਲ ਚੋਣ ਹਾਰ ਗਏ, ਨਵਜੋਤ ਸਿੰਘ ਸਿੱਧੂ ਚੋਣ ਹਾਰ ਗਏ, ਬਿਕਰਮ ਮਜੀਠੀਆ ਚੋਣ ਹਾਰ ਗਏ। ਇਹ ਸਾਰੇ ਉਹ ਚਿਹਰੇ ਨੇ ਜਿਹੜੇ ਲੋਕਾਂ ਦੇ ਨਕਾਰੇ ਹੋਏ ਨੇ। ਲੋਕਾਂ ਨੇ ਉਹਨਾਂ ਤੇ ਫੇਥ ਨਹੀਂ ਕੀਤਾ। ਫੇਥ ਕਿਉਂ ਨਹੀਂ ਕੀਤਾ, ਉਹਦਾ ਸੈਲਫ ਐਨਾਲਿਸਿਸ ਇਹਨਾਂ ਦੇ ਵਿੱਚੋਂ ਕਦੀ ਕਿਸੇ ਨੇ ਅਜੇ ਤੱਕ ਤਾਂ ਨਹੀਂ ਘੱਟੋ ਘੱਟ ਜਿਹੜਾ ਉਹ ਕੀਤਾ। ਉਹਨਾਂ ਨੂੰ ਲੱਗਦਾ ਇਹ ਪਾਰਟੀ ਛੱਡ ਕੇ ਅਸੀਂ ਇਸ ਪਾਰਟੀ ਦੇ ਵਿੱਚ ਚੱਲ ਜਾਵਾਂਗੇ, ਅਸੀਂ ਆਹ ਛੱਡ ਕੇ ਇੱਧਰ ਜਾ ਕੇ ਜਿਹੜਾ ਜੀ ਉਹ ਕਾਮਯਾਬ ਹੋ ਜਾਵਾਂਗੇ। ਹੋ ਸਕਦਾ ਉਹ ਇਸ ਚੱਕਰ ਦੇ ਵਿੱਚ ਹੋਣ। ਬੀਜੇਪੀ ਕਿੰਨਾ ਕਾਮਯਾਬ ਹੁੰਦੀ ਹੈ ਪੰਜਾਬ ਦੇ ਵਿੱਚ, ਉਹ ਪੰਜਾਬ ਦੀਆਂ ਸੱਥਾਂ ਦੇ ਵਿੱਚ ਤੁਸੀਂ ਵੀ ਰਹਿੰਦੇ ਹੋ, ਉਹਨਾਂ ਤੋਂ ਪੁੱਛ ਲਿਓ ਜੀ। ਅੱਛਾ, PCS ਵਾਲੇ ਮਾਮਲੇ ਦੇ ਅੰਦਰ ਜਦੋਂ ਆਪਾਂ ਕਿਉਂਕਿ ਇੰਟਰਵਿਊ ਦੀ ਸ਼ੁਰੂਆਤ ਹੀ ਕੀਤੀ ਕਿ ਇਸ਼ੂ ਜੋ ਰਹੇ ਉਹ 'ਚ ਗਵਰਨੈਂਸ ਕਿਸ ਤਰ੍ਹਾਂ ਦੀ ਰਹੀ, ਸਰਕਾਰ ਕਿਸ ਤਰ੍ਹਾਂ ਮਸਲਿਆਂ ਨੂੰ ਟੈਕਲ ਕਰਦੀ ਰਹੀ, ਉਹਦੀ ਪਰਫਾਰਮੈਂਸ ਕੀ ਹੈਗੀ, ਇਹ ਅਫਸਰਾਂ ਨਾਲ ਮਸਲਾ ਵੀ ਪਿਛਲੇ ਦਿਨਾਂ ਦੇ ਅੰਦਰ ਆ ਕੇ ਖੜਾ ਹੋ ਗਿਆ ਹੈ ਨਾ। ਖਾਸ ਤੌਰ ਦੇ ਉੱਤੇ ਜਿਹੜਾ ਇਹ ਮਸਲਾ ਆਇਆ PCS ਅਫਸਰਾਂ ਨਾਲ ਕਿ ਉਹ ਸਟ੍ਰਾਈਕ 'ਤੇ ਚਲੇ ਗਏ, ਫਿਰ ਉਹਨਾਂ ਨੇ ਆ ਕੇ ਜੁਆਇਨ ਕੀਤਾ, ਜੋ CM ਸਾਹਿਬ ਨੇ ਬੜੇ ਤਿੱਖੇ ਤਰੀਕੇ ਨਾਲ ਅਸਰਟ ਕੀਤਾ।
ਇਸ ਤਰ੍ਹਾਂ ਹੈ ਅੰਦਰ ਉਹ ਅਫਸਰ ਵੀ ਤਾਂ ਸਾਡੇ ਹੀ ਨੇ ਨਾ, ਸਾਡੇ ਪੰਜਾਬ ਦੇ ਨੇ, ਪੰਜਾਬ ਦੇ ਪੁੱਤ ਧੀਆਂ ਨੇ, ਉਹਨਾਂ ਨੂੰ ਵੀ ਪੰਜਾਬ ਦਾ ਉਨਾ ਹੀ ਫਿਕਰ ਹੈ। ਥੋੜ੍ਹਾ ਬਹੁਤਾ ਜਿਹੜਾ ਉਹ ਐਡਜਸਟਮੈਂਟ ਦੇ ਵਿੱਚ ਫਰਕ ਹੋ ਜਾਂਦਾ ਪਹਿਲਾਂ ਸਟਾਰਟਿੰਗ ਦੇ ਵਿੱਚ ਜਿਹੜਾ, ਕਿਉਂਕਿ ਇਹ ਤਾਂ ਨਵਾਂ ਵਿਆਹ ਹੋਇਆ ਹੋਵੇ ਤੇ ਉੱਥੇ ਵੀ ਜਿਹੜਾ ਉਹ ਹੋ ਜਾਂਦਾ ਥੋੜ੍ਹੀ ਬਹੁਤਾ ਤਾਂ, ਪਰ ਫਿਰ ਵੀ ਮੈਂ ਸਮਝਦਾ ਕਿ ਇਹ ਐਡਾ ਵੱਡਾ ਮਸਲਾ ਨਹੀਂ ਬਣਿਆ ਜਿੰਨਾ ਵਿਰੋਧੀ ਧਿਰਾਂ ਇਹਨੂੰ ਬਣਾ ਦੇਣਾ ਚਾਹੁੰਦੀਆਂ ਸੀ। ਇਹ ਉਹਨਾਂ ਅਫਸਰਾਂ ਦੀ ਵੀ ਦੂਰ ਅੰਦੇਸ਼ੀ ਹੈ ਕਿ ਉਹਨਾਂ ਨੇ ਇਹ ਕਹਿਤਾ ਤੂੰ ਇੱਥੋਂ ਤੱਕ ਚਲੇ ਗਏ ਵੀ ਨੁਕਸਾਨ ਹੋਇਆ ਨਾ ਲੋਕਾਂ ਦਾ, ਕੋਈ ਨਹੀਂ ਅਸੀਂ ਸੈਟਰਡੇ ਸੰਡੇ ਲਾ ਦਿੰਦੇ ਹਾਂ। ਉਹਨਾਂ ਨੇ ਸੈਟਰਡੇ ਸੰਡੇ ਜਿਵੇਂ ਇਹ ਫੋਰਨ ਵਾਲੀ ਲੈਂਗੁਏਜ ਹੈ ਵੀ ਸੰਡੇ ਵੀ ਲਾ ਦਿੰਦੇ ਆ, ਉਹ 2 ਦਿਨ ਉਹਨਾਂ ਨੇ ਕੰਮ ਕੀਤਾ, ਉਹ ਬੈਠੇ ਔਰ ਲੋਕਾਂ ਨੇ ਉਹਨਾਂ ਤੋਂ ਜਿਹੜਾ ਕੰਮ ਕਰਵਾਇਆ। ਦੇਖੋ ਜਿਹੜੇ ਬਿਨਾਂ ਆਫਿਸਰ ਤੋਂ ਸਰਕਾਰ ਨਹੀਂ ਚੱਲ ਸਕਦੀ, ਸਰਕਾਰ ਤੋਂ ਬਿਨਾਂ ਆਫਿਸਰ ਵੀ ਨਹੀਂ ਚੱਲ ਸਕਦੇ, ਇਹ ਤਾਂ ਦੋਨਾਂ ਦੀ ਆਪਸੀ ਅੰਡਰਸਟੈਂਡਿੰਗ ਹੈ ਨਾ। ਮੇਰਾ ਖਿਆਲ ਅੰਡਰਸਟੈਂਡਿੰਗ ਤਾਂ ਹੋ ਗਈ ਹੈ, ਤਾਂ ਹੀ ਕਰਕੇ ਹੀ ਹੋਇਆ ਤੇ ਔਰ ਇਹ ਕਨਫਲਿਕਟ ਜਿਹੜਾ ਸੀਗਾ ਉਹ ਵਧਿਆ ਨੀਗਾ। ਇਹ ਸੀਐਮ ਸਾਹਿਬ ਦੀ ਦੂਰ ਅੰਦੇਸ਼ੀ ਹੈ। ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਕਿ ਸੀਐਮ ਸਾਹਿਬ ਆਪਣੇ ਅਫਸਰਾਂ ਦੇ ਵਾਸਤੇ ਇੰਨਾ ਉਹਨਾਂ ਦੀ ਬੈਕਅਪ ਤੇ ਖੜਦੇ ਆ ਕਿ ਕਈ ਵਾਰੀ ਉਹ ਐਮਐਲਏਜ਼ ਨੂੰ ਵੀ ਜਿਹੜਾ ਉਹ ਕਹਿੰਦੇ ਆ ਕਿ ਤੂੰ ਫਲਾਣੇ ਆਫਿਸਰ ਨੂੰ ਇਦਾਂ ਕਿਉਂ ਬੋਲਿਆ, ਇਹ ਮੈਨੂੰ ਪਸੰਦ ਨਹੀਂ ਗਾ। ਉਹ ਉਹਨਾਂ ਦੀ ਇੰਨੀ ਬੈਕਅਪ ਜਿਹੜੀ ਕਰਦੇ ਆ, ਇਹ ਚੀਜ਼ ਅਫਸਰ ਵੀ ਸਮਝਦੇ ਨੇ ਤੇ ਉਮੀਦ ਹੈ ਕੋਈ ਪੰਜਾਬ ਦੀ ਬਿਹਤਰੀ ਦੇ ਵਾਸਤੇ ਅੱਗੋਂ ਕੰਮ ਕਰਦੇ ਰਹਿਣਗੇ। ਇਹ ਕਨਫਲਿਕਟ ਬੇਸਿਕਲੀ ਸ਼ੁਰੂ ਹੋਇਆ ਵਿਜੀਲੈਂਸ ਵਾਲੇ ਮਸਲੇ ਨੂੰ ਨਾ, ਦੋਨੇ ਪਾਸੇ ਜਦੋਂ ਆਪਾਂ ਦੇਖਿਆਗਾ ਤੇ ਵਿਜੀਲੈਂਸ ਨੇ ਪਿਛਲੇ ਦੌਰ ਦੇ ਅੰਦਰ ਬਹੁਤ ਸਾਰੇ ਕਰਪਟ ਅਫਸਰਾਂ ਨੂੰ ਵੀ ਫੜਿਆ, ਕਰਪਟ ਲੋਕਾਂ ਨੂੰ ਵੀ ਫੜਿਆਗਾ, ਬੜੇ ਲੋਕਾਂ ਤੇ ਕਾਰਵਾਈਆਂ ਵਿਜੀਲੈਂਸ ਨੇ ਕੀਤੀਆਂ ਨੇਗੀਆਂ। ਵਿਜੀਲੈਂਸ ਵਾਲੇ ਮਸਲੇ 'ਚ ਇਹ ਮਸਲਾ ਆਇਆ ਪਿਛਲੇ ਦਿਨਾਂ ਦੇ ਅੰਦਰ, ਗਲਮੋਹਰ ਵਾਲਾ ਮਸਲਾ ਜਿਹਦੇ 'ਚ ਇੱਕ ਮਿਨਿਸਟਰ ਵੀ ਹੁਣ ਉਹਨਾਂ ਦੇ ਉੱਤੇ ਇਹ ਮਾਮਲਾ ਵੀ ਚੱਲ ਪਿਆ, ਹੋਰ ਵੀ ਅਫਸਰਾਂ ਦੇ ਸਾਬਕਾ ਅਫਸਰਾਂ ਦੇ ਨਾਂ ਉੱਥੇ ਆ ਰਹੇ ਨੇ। ਯਾਦਵਿੰਦਰ ਹੁਣ ਜਿਹੜੀ ਵਿਜੀਲੈਂਸ ਹੈ ਇਹ ਪਿਛਲੇ ਸਮੇਂ ਦੇ ਦੌਰਾਨ ਇੱਕ ਕਲੈਕਸ਼ਨ ਏਜੰਸੀ ਦੇ ਤੌਰ ਦੇ ਉੱਤੇ ਇਹਦੀ ਵਰਤੋਂ ਕੀਤੀ ਜਾਂਦੀ ਸੀ। ਜਿਹੜੇ ਬੰਦੇ ਕੋਲ ਪੈਸੇ ਹੈਗੇ ਉਹਨੂੰ ਸੱਦ ਲਓ ਤੇ ਫਿਰ ਉਹਦੇ 2 ਦਿਨ ਕਾਰਵਾਈ ਪਾਈ, ਉਹ ਤੋਂ ਪੈਸੇ ਬਣਾਏ ਤੇ ਉਹਨੂੰ ਛੱਡ ਦਿੱਤਾ। ਵਿਜੀਲੈਂਸ ਪਹਿਲੀ ਵਾਰੀ ਪ੍ਰੋਫੈਸ਼ਨਲੀ ਕੰਮ ਕਰ ਰਹੀ ਹੈ। ਤੁਸੀਂ ਇਹ ਚੀਜ਼ ਮਹਿਸੂਸ ਕੀਤੀ ਹੋਊਗੀ, ਦੇਖਿਆ ਹੋਊਗਾ, ਔਨ ਰਿਕਾਰਡ ਹੈ ਜਿਹੜੀਆਂ ਚੀਜ਼ਾਂ। ਜਿਹੜੇ ਵਿਅਕਤੀ ਵਿਜੀਲੈਂਸ ਨੇ ਫੜੇ ਨੇ ਉਹਨਾਂ ਦੇ ਹੇਠਲੀ ਅਦਾਲਤ, ਹਾਈ ਕੋਰਟ ਤੱਕ ਜ਼ਮਾਨਤਾਂ ਨਹੀਂ ਹੋ ਰਹੀਆਂ, ਕਿਉਂਕਿ ਉਹ ਬਕਾਇਦਾ ਤੌਰ ਦੇ ਉੱਤੇ ਇਨਵੈਸਟੀਗੇਸ਼ਨ ਕਰਕੇ ਜਿਹੜੇ ਉਹ ਕੇਸ ਬਣਾਏ ਗਏ ਆ। ਵਿਜੀਲੈਂਸ ਇਉਂ ਨਹੀਂ ਕਿ ਐਵੇਂ ਕਿਸੇ ਨੂੰ ਚੁੱਕੀ ਫਿਰਦੀ ਹੈ ਜਾਂ ਇਹ ਕੋਈ ਪੋਲੀਟੀਕਲ ਵੈਰੈਂਟਾ ਦੇ ਤਹਿਤ ਮਾਮਲੇ ਦਰਜ ਕਰੀ, ਇੱਦਾਂ ਦਾ ਕੁਝ ਵੀ ਨਹੀਂ ਹੈਗਾ ਜੀ। ਜਿਹੜਾ ਕਾਂਗਰਸ ਆਮ ਤੌਰ ਤੇ ਕਹਿੰਦੀ ਹੈ, ਜਿਹੜਾ ਪਹਿਲਾਂ ਅਕਾਲੀ ਦਲ ਵੀ ਬਾਕੀ ਪਾਰਟੀਆਂ ਤੁਹਾਡੇ ਬਾਰੇ ਕਹਿੰਦੀਆਂ, ਉਹ ਉਹਨਾਂ ਦੇ ਕਹਿਣ ਦੇ ਨਾਲ ਕੀ ਹੁੰਦਾ ਹੈ ਉਹ ਤਾਂ ਸਾਰਿਆਂ ਦੇ ਸਾਹਮਣੇ ਹੈ ਨਾ ਕਿ ਚਾਹੇ ਉਹ ਭਾਰਤ ਭੂਸ਼ਣ ਆਸ਼ੂ ਹੈ, ਸ਼ਾਮ ਸੁੰਦਰ ਹੈ, ਜਿਹੜੇ ਸਾਧੂ ਸਿੰਘ ਧਰਮਸੋਤ ਹੈ, ਜਾਂ ਜਿੰਨੇ ਵੀ ਫੜੇ ਗਏ ਨੇ, ਉਹ ਲੋਕਾਂ ਤੋਂ ਪੁੱਛ ਕੇ ਦੇਖੋ। ਮੈਂ ਕਹੂੰਗਾ ਕਿ ਲੋਕ ਦੱਸਣਗੇ ਕਿ ਹਾਂ ਇਹਨਾਂ ਨੇ ਕੀ ਕੁਝ ਜਿਹੜਾ ਕੀਤਾ, ਬਾਕੀ ਅਦਾਲਤਾਂ ਨੇ ਫੈਸਲੇ ਜਿਹੜੇ ਉਹ ਕਰਨੇ ਆ। ਵਿਜੀਲੈਂਸ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਕੰਮ ਕਰ ਰਹੀ ਆ। ਆਫੀਸਰਸ ਨੂੰ ਉਹ ਤੋਂ ਡਰਨ ਦੀ ਲੋੜ ਹੀ ਨਹੀਂ। ਉਹਨੇ ਇਹ ਥੋੜ੍ਹੀ ਕਿਹਾ ਕਿ ਸਾਰੇ PCS ਅਫਸਰਾਂ ਦੇ ਉੱਤੇ ਮਾਮਲੇ ਦਰਜ ਕਰ ਦਿਓ, IAS ਅਫਸਰਾਂ ਦੇ ਉੱਤੇ ਮਾਮਲੇ ਦਰਜ ਕਰ ਦਿਓ। ਤੋ ਜਿਨ੍ਹਾਂ ਨੇ ਜਿਹੜਾ ਕੁਝ ਖਾਧਾ ਹੈ ਤੇ ਢਿੱਡ 'ਚ ਪੀੜ ਤਾਂ ਫਿਰ ਉਹਨਾਂ ਦੇ ਜਿਹੜੀ ਹੋ ਰਹੀ ਹੈ ਨਾ, ਉਹ ਤਾਂ ਬਖਸ਼ੇ ਨਹੀਂ ਜਾਣਗੇ। ਇਹ CM ਸਾਹਿਬ ਦੀਆਂ ਬਹੁਤ ਕਲੀਅਰ ਹਦਾਇਤਾਂ ਨੇ। ਜਿਹਨੇ ਵੀ ਖਾਧਾ ਉਹਨਾਂ ਤਾਂ ਇੱਥੋਂ ਤੱਕ ਕਹਿੰਦੇ ਆ ਕਿ ਮੇਰੇ ਨੇੜੇ ਵਾਲੇ ਨੇ ਵੀ ਕੁਝ ਖਾਧਾ ਤੇ ਉਹਨੂੰ ਵੀ ਬਖਸ਼ਿਆ ਨਹੀਂ ਜਿਹੜਾ ਜਾਊਗਾ। ਆਫੀਸਰਸ ਨੂੰ ਡਰਨ ਦੀ ਜ਼ਰੂਰਤ ਕੀ ਹੈ? ਜਿਹੜੇ ਇਮਾਨਦਾਰ ਆਫੀਸਰ ਨੇ ਔਰ ਮੈਕਸਿਮਮ ਇਮਾਨਦਾਰ ਆਫੀਸਰ ਨੇ, ਜੇ ਕਿਸੇ ਨੇ ਕਰਪਸ਼ਨ ਕੀਤੀ ਆ ਤੇ ਫਿਰ ਉਹਨੂੰ ਭੁਗਤਣ ਦਿਓ। ਅੱਛਾ, ਤੁਸੀਂ ਜਦੋਂ ਬਣਦੇ ਹੋ ਮੀਡੀਆ ਐਡਵਾਈਜ਼ਰ, ਉਸ ਤੋਂ ਪਹਿਲਾਂ ਵੀ ਤੁਸੀਂ ਪੱਤਰਕਾਰਾਂ 'ਚ ਵੀ ਰਹੇ ਹੋ, ਸਮਾਜ 'ਚ ਵੀ ਰਹੇ ਹੋ, ਇੱਕ ਸਮਾਜਿਕ ਕਾਰਕੁਨ ਦੇ ਤੌਰ ਤੇ ਵੀ ਤੁਸੀਂ ਆਮ ਹੀ ਲੋਕਾਂ ਜਾਂਦੇ ਰਹੋ, ਬਹੁਤ ਸਾਰੇ ਇਸ਼ੂਜ਼ ਦੇ ਉੱਤੇ ਗਏ ਹੋਗੇ। ਜਦੋਂ ਤੁਸੀਂ ਕਿਸੇ ਵੀ ਸੱਤਾ ਧਿਰ ਨਾਲ ਜੁੜਦੇ ਹੋ ਜਾਂ ਤੁਸੀਂ ਕਿਸੇ ਰਾਜਨੀਤੀ ਨਾਲ ਜੁੜਦੇ ਹੋ ਤਾਂ ਤਮਾਮ ਤਰ੍ਹਾਂ ਦੀਆਂ ਧਾਰਨਾਵਾਂ ਤੁਹਾਡੇ ਬਾਰੇ ਪੈਦਾ ਹੁੰਦੀਆਂ ਨੇ। ਉਹ 'ਚ ਕੁਛ ਉਹ ਹੁੰਦੇ ਆ ਜੋ ਇੰਟੈਂਸ਼ਨਲੀ ਹੁੰਦੀਆਂ ਨੇ, ਕੁਛ ਅਨਇੰਟੈਂਸ਼ਨਲੀ ਹੁੰਦੀਆਂ ਨੇ। ਬਲਤੇਜ ਪੰਨੂ ਬਾਰੇ 10 ਤਰ੍ਹਾਂ ਦੀਆਂ, 20 ਤਰ੍ਹਾਂ ਦੀਆਂ ਜਾਂ 100 ਤਰ੍ਹਾਂ ਦੀਆਂ ਧਾਰਨਾਵਾਂ ਬਣੀਆਂ ਹੋਣਗੀਆਂ। ਮੈਂ ਜੇ ਤੁਹਾਡੇ ਤੋਂ ਪੁੱਛਾਂ ਬਲਤੇਜ ਪੰਨੂ ਕੌਣ ਨੇ, ਹੁਣ ਕੌਣ ਨੇ? ਨਹੀਂ, ਮੈਂ ਆਮ ਇਨਸਾਨ ਹਾਂ। ਮੈਂ ਅੱਜ ਵੀ ਸਮਾਜ 'ਚ ਰਹਿੰਦਾ, ਮੈਂ ਅੱਜ ਵੀ ਪੱਤਰਕਾਰਾਂ 'ਚ ਰਹਿੰਦਾ। ਮੇਰੇ ਜਿੰਨੇ ਪੱਤਰਕਾਰਾਂ ਦੇ ਨਾਲ ਸੁਹਿਰਦ ਸੰਬੰਧ ਨੇ ਉਹ ਮੈਨੂੰ ਇੱਕੋ ਗੱਲ ਕਹਿੰਦੇ, ਪੱਤਰਕਾਰਾਂ ਤੋਂ ਬਿਨਾਂ ਵੀ ਹਾਂ ਸਮਾਜ ਦੇ ਵਿੱਚ ਹੀ ਵਿਚਰਦਾ ਮੈਂ, ਆਮ ਲੋਕਾਂ ਦੇ ਵਿੱਚ ਵਿਚਰਦਾ। ਹਾਂ, ਫਰਕ ਇੰਨਾ ਹੋ ਗਿਆ ਕਿ ਪਹਿਲਾਂ ਸਵਾਲ ਕਰਦੇ ਸੀ, ਹੁਣ ਜਵਾਬ ਦੇਣੇ ਪੈ ਰਹੇ। ਮੈਂ ਤੁਹਾਡੀ ਇੰਟਰਵਿਊ ਕੀਤੀ ਸੀ ਨਾ ਜਦੋਂ ਤੁਹਾਡੀ ਕਿਤਾਬ ਰਿਲੀਜ਼ ਹੋਈ ਸੀ, ਸਵਾਲ ਮੈਂ ਕਰ ਰਿਹਾ ਸੀ, ਜਵਾਬ ਦੇ ਰਹੇ ਸੀ। ਅੱਜ ਤੁਸੀਂ ਸਵਾਲ ਕਰ ਰਹੇ ਹੋ, ਮੈਂ ਜਵਾਬ ਵਾਲੀ ਜਗ੍ਹਾ ਦੇ ਉੱਤੇ ਬੈਠਾ। ਪਰ ਮੈਨੂੰ ਇਸ ਗੱਲ ਦਾ ਪ੍ਰਾਊਡ ਹੈ
ਕਿ ਮੈਂ ਘੱਟੋ ਘੱਟ ਉਹਨਾਂ ਉਸ ਮੁੱਖ ਮੰਤਰੀ ਸਾਹਿਬ ਦੇ ਵਾਸਤੇ ਔਰ ਉਸ ਸਰਕਾਰ ਦੇ ਵਾਸਤੇ ਜਵਾਬ ਦੇ ਰਿਹਾ ਜਿਹੜੀ ਲੋਕਾਂ ਦੀ ਹੈ, ਲੋਕਾਂ ਦੇ ਵਿੱਚ ਵਿਚਰ ਰਹੀ ਹੈ, ਉਹ ਆਮ ਲੋਕਾਂ ਦੀ ਹੈ। ਕਿਸੇ ਰਵਾਇਤੀ ਪਾਰਟੀ ਦੇ ਨਾਲ ਨਾ ਤਾਂ ਮੈਂ ਜੁੜ ਸਕਦਾ ਸੀਗਾ, ਨਾ ਉਹਨਾਂ ਦੀ ਜਗ੍ਹਾ ਦੇ ਉੱਤੇ ਮੈਂ ਜਵਾਬ ਦੇ ਸਕਦਾ ਸੀ, ਕਿਉਂਕਿ ਜਵਾਬ ਦਿੱਤੇ ਹੀ ਨਹੀਂ ਜਾ ਸਕਦੇ ਸੀਗੇ। 50 ਜਾਂ 60 ਸਾਲ ਪੁਰਾਣੀਆਂ ਕਰਪਸ਼ਨ ਜਾਂ ਲੋਕਾਂ ਦੇ ਜਿਵੇਂ ਪੈਸੇ ਖਾਧੇ ਗਏ। ਇੱਥੇ ਘੱਟੋ ਘੱਟ ਇਹ ਹੈ ਕਿ ਉਹਨਾਂ ਲੋਕਾਂ ਦੇ ਵਾਸਤੇ ਤੁਸੀਂ ਜਵਾਬ ਦੇ ਰਹੇ ਹੋ ਜਿਹੜੇ ਇਮਾਨਦਾਰ ਨੇ। ਕੀ ਫਰਕ ਹੈਗਾ ਜੀ? ਮੈਂ ਤੁਹਾਡੇ ਤੋਂ ਪੁੱਛਾਂ, ਪਹਿਲਾਂ ਰੂਟੀਨ ਜਿਹੜੀ ਹੁੰਦੀ ਸੀ ਕਾਮ, ਤੁਸੀਂ ਇੱਕ ਸੋਸ਼ਲ ਐਕਟਿਵਿਸਟ ਦੇ ਤੌਰ ਤੇ ਜਾਂ ਜਰਨਲਿਸਟ ਦੇ ਤੌਰ ਦੇ ਉੱਤੇ, ਤੇ ਹੁਣ ਮਤਲਬ ਕੀ ਲੱਗਦਾ ਉਹ ਸਾਰੀਆਂ ਦੋਸਤੀਆਂ ਵੀ ਬਦਲ ਜਾਂਦੀਆਂ ਨੇ, ਸਮਾਂ ਨਹੀਂ ਰਹਿੰਦਾ, ਬਾਕੀ ਚੀਜ਼ਾਂ ਜੇ ਮੈਂ ਓਵਰਆਲ ਪੁੱਛਾਂ ਕੀ ਬਦਲਿਆਗਾ ਤੁਹਾਡੇ ਮੀਡੀਆ ਡਾਇਰੈਕਟਰ ਦੀ ਕੁਰਸੀ ਸੰਭਾਲਣ ਤੋਂ ਬਾਅਦ, ਕੀ ਬਦਲਿਆਗਾ? ਕੁਝ ਵੀ ਨਹੀਂ ਬਦਲਿਆ ਮੇਰੇ ਲਈ। ਮੈਂ ਉਹੋ ਜਿਹਾ ਹੀ ਮੇਰਾ ਪਹਿਰਾਵਾ, ਉਹੋ ਜਿਹਾ ਹੀ ਮੇਰਾ ਖਾਣ ਪੀਣਾ, ਮੈਂ ਬਹੁਤ ਸਾਦੀ ਮੇਰੀ ਜ਼ਿੰਦਗੀ ਰਹੀ। ਬਦਲਿਆਗਾ ਲਾਈਫ 'ਚ ਕੁਝ ਵੀ ਨਹੀਂ ਬਦਲਿਆ। ਲਾਈਫ ਦੇ ਵਿੱਚ ਇੰਨਾ ਜ਼ਰੂਰ ਹੈ ਕਿ ਜਿਹੜੀ ਸੋਸ਼ਲ ਲਾਈਫ ਆ ਉਹ ਪਬਲਿਕਲੀ ਜਿਹੜੀ ਉਹ ਘਟ ਗਈ। ਉਹ ਥੋੜੀ ਕੰਪਲੇਂਟ ਮੇਰੇ ਘਰਦਿਆਂ ਨੂੰ ਵੀ ਰਹਿੰਦੀ ਆ, ਉਹ ਥੋੜੀ ਜ਼ਰੂਰ ਘਟ ਗਈ ਹੈ। ਰੁਝੇਵੇਂ ਜ਼ਿਆਦਾ ਹੋ ਗਏ। ਹਰ ਗੱਲ ਇਹ ਨਹੀਂ ਹੈ ਕਿ ਤੁਸੀਂ ਕਿਸੇ ਵੀ ਜਗ੍ਹਾ ਦੇ ਉੱਤੇ ਖੜੋ ਸਕਦੇ ਹੋ ਜਾਂ ਕਿਸੇ ਵੀ ਜਗ੍ਹਾ ਦੇ ਉੱਤੇ ਜਾ ਸਕਦੇ ਹੋ। ਥੋੜੀ ਜਿਹੀ ਉਹ ਸੀਮਤ ਕਰਨੀ ਪੈ ਗਈ। ਜਾਂ ਜਿੰਨਾ ਮੈਂ ਖੁੱਲ੍ਹ ਕੇ ਪਹਿਲਾਂ ਲਿਖਦਾ ਸੀ, ਮੈਂ ਸੋਸ਼ਲ ਮੀਡੀਆ 'ਤੇ ਲਿਖ ਨਹੀਂ ਸਕਦਾ। ਉਹ ਮੈਨੂੰ ਕਈ ਵਾਰੀ ਉਹ ਲੱਗਦਾ ਹੁੰਦਾ ਕਿ ਇਹ ਸ਼ਾਇਦ ਮੇਰੇ ਤੋਂ ਖੁੱਸ ਗਿਆ ਕਿਸੇ ਜਗ੍ਹਾ ਦੇ ਉੱਤੇ ਥੋੜ੍ਹਾ ਜਿਹਾ। ਪਰ ਫਿਰ ਵੀ ਮੈਨੂੰ ਇੰਨੀ ਤਸੱਲੀ ਆ ਕਿ ਜਿਹੜੇ ਮੈਂ ਪਹਿਲਾਂ ਸਵਾਲ ਕਰਦਾ ਸੀ ਕਿ ਇਹਦਾ ਜਵਾਬ ਕਿਉਂ ਨਹੀਂ ਲੱਭਦਾ, ਹੁਣ ਜਦੋਂ ਮੇਰੇ ਕੋਲ ਕੋਈ ਆਉਂਦਾ, ਹੁਣ ਸਿੱਧਾ ਜਵਾਬ ਲੱਭਦੇ, ਹੱਲ ਕਰਾਈਏ, ਮੈਂ ਉਹਦਾ ਹੱਲ ਕਰਾ ਦਿੰਦਾ। ਜਿਹੜੇ ਲੋਕਾਂ ਦੇ ਸੈਟਰਡੇ ਨੂੰ ਮੈਂ ਪੂਰਾ ਦਿਨ ਘਰੇ ਦਿੰਦਾ ਜੀ, ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਛੋਟੇ ਛੋਟੇ ਕੰਮ ਨੇ, ਉੱਥੇ ਬੈਠਿਆਂ ਹੀ ਉਹ ਹੱਲ ਹੋ ਜਾਂਦੇ। ਮੈਨੂੰ ਇੰਨੀ ਤਸੱਲੀ ਹੁੰਦੀ ਆ ਉਸ ਚੀਜ਼ ਦੀ ਕਿ ਇੱਕ ਆਮ ਬੰਦਾ ਜਿਹੜਾ ਉਹਦਾ ਮਸਲਾ ਹੱਲ ਹੋ ਗਿਆ, ਜਿਹੜਾ ਕਿ ਐਵੇਂ ਹੀ ਲਮਕਾਇਆ ਹੋਇਆ ਸੀ ਸਾਲਾਂ ਤੋਂ। ਕਦੇ ਮਤਲਬ ਜਿਵੇਂ ਹੁਣ ਤੁਸੀਂ ਸਰਕਾਰ ਚੋਂ ਜੀ, ਤੁਸੀਂ ਲਿਖਣ ਵਾਲੀ ਗੱਲ ਕਹਿੰਦੇ ਹੋ, ਜਿਹੜਾ ਲਿਖਣ ਵਾਲੀ ਗੱਲ ਆ ਨਾ, ਇਹ ਤਾਂ ਕਦੇ ਬੰਦਾ ਆਪਦੇ ਆਪ ਤੋਂ ਵੀ ਅੱਡ ਹੋ ਜਾਂਦਾ। ਜਦੋਂ ਲਿਖਦਾ ਬੰਦਾ ਨਾ, ਉਹ ਆਪਦੇ ਆਪ ਤੋਂ ਵੀ ਅੱਡ ਹੋ ਕੇ ਲਿਖਦਾ ਹੈਗਾ, ਇੰਨਾ ਡੀਟੈਚ ਹੋ ਜਾਂਦਾ ਹੈਗਾ ਲਿਖਣ ਵੇਲੇ ਬੰਦਾ, ਖਾਸ ਤੌਰ ਤੇ ਅਵਸਥਾ ਇਹੀ ਜੀ ਹੁੰਦੀ ਹੈ। ਹਾਂ, ਪਰ ਮੈਂ ਇਹਨਾਂ ਆ ਕਿ ਹੁਣ ਗੱਲ ਕਦੇ ਐਂ ਲੱਗਦਾ ਵੀ ਜਿਹੜੀ ਤੁਸੀਂ ਮਿਸ ਕਰਦਾ ਮੈਂ ਇਸ ਗੱਲ ਨੂੰ, ਹਨਾ ਮੈਂ ਉਹਦੇ 'ਚ ਮੈਂ ਉਹਦਾ ਹੁਣ ਹੱਲ ਜਿਹੜਾ ਉਹ ਲੱਭਿਆ ਹੋਇਆ ਕਿ ਮੈਂ ਹੁਣ ਜ਼ਿਆਦਾ ਪੜ੍ਹਨ ਲੱਗ ਗਿਆ। ਹੋਰ ਜਦੋਂ ਮੈਨੂੰ ਕਿਤੇ ਸਮਾਂ ਮਿਲਦਾ, ਮੈਂ ਉਹਨਾਂ ਮਹਾਨ ਲੋਕਾਂ ਨੂੰ ਜਿਹੜਾ ਉਹ ਪੜ੍ਹਦਾ ਹੈ। ਮੈਂ ਸਮਝਦਾ ਹਾਂ ਕਿ ਸ਼ਾਇਦ ਕਿਤੇ ਨਾ ਕਿਤੇ ਉਹ ਜਿਹੜੀ ਚੀਜ਼ ਆ, ਮੈਂ ਉਹਦੇ ਵਿੱਚੋਂ ਇਨਫੋਰਮੇਸ਼ਨ ਹੋਰ, ਕਿਉਂਕਿ ਇਨਫੋਰਮੇਸ਼ਨ ਹੰਗਰੀ ਹੁੰਦੇ ਆਪਾਂ ਲੋਕ, ਠੀਕ ਹੈ ਨਾ, ਵੀ ਕਿੱਥੋਂ ਜਾਣਕਾਰੀ ਹੋਰ ਮਿਲ ਸਕਦੀ ਹੈ, ਕਿਹੜੇ ਵਿਅਕਤੀ ਨੇ ਕਿਹੜੀ ਚੀਜ਼ ਲਿਖੀ। ਮੈਂ ਇੱਕ ਚੀਜ਼ ਲਾਸਟ ਵਿੱਚ ਕੋਡ ਕਰੂੰਗਾ, ਮੈਨੂੰ ਬੜੀ ਪਿਆਰੀ ਲੱਗੀ। ਕਹਿੰਦੇ ਜਦੋਂ ਤੁਸੀਂ ਕਿਤੇ ਸਫਲਤਾ ਦੀਆਂ ਪੌੜੀਆਂ ਚੜ੍ਹ ਰਹੇ ਹੁੰਦੇ ਨਾ, ਜਿਹੜੇ ਰਸਤੇ 'ਚ ਖੜੇ ਲੋਕ ਨੇ ਉਹਨਾਂ ਨੂੰ ਮਿਲ ਕੇ, ਹੱਥ ਮਿਲਾ ਕੇ, ਉਹਨਾਂ ਨੂੰ ਗਲ ਮਿਲ ਕੇ ਉੱਪਰ ਚੜ੍ਹੋ, ਕਿਉਂਕਿ ਤੁਸੀਂ ਵਾਪਸ ਵੀ ਆਉਣਾ। ਉਹ ਨਾ ਹੋਵੇ ਜਦੋਂ ਤੁਸੀਂ ਵਾਪਸ ਆਓ ਤੇ ਥੱਲੇ ਉਹ ਇੱਟਾਂ ਵੱਟੇ ਤੁਹਾਡੇ ਲਈ ਲਈ ਖੜੇ ਹੋਣ। ਤਾਂ ਉਹਨਾਂ ਨਾਲ ਪਿਆਰ ਜਿਹੜਾ ਉਸੇ ਤਰੀਕੇ ਦੇ ਨਾਲ ਕਾਇਮ ਰਹੇ, ਮੈਂ ਕੋਸ਼ਿਸ਼ ਕਰਦਾ। ਤੁਹਾਡੇ ਸਾਰੇ ਦੋਸਤ ਉਹੀ ਨੇ? ਉਹੀ ਨੇ। ਮਿਲਦੇ ਹੋ ਉਹਨਾਂ ਨੂੰ? ਹਾਂ ਬਿਲਕੁਲ, ਫੋਨ ਵੀ ਕਰਦੇ ਰਹਿੰਦੇ ਹੋ ਉਹਨਾਂ ਦੇ? ਕੁਝ ਦੋਸਤ ਤੁਹਾਡੇ ਮੈਂ ਦੇਖਦਾ ਮੀਡੀਆ 'ਚ ਤੁਹਾਡੇ ਬਾਰੇ ਔਨ ਰਿਕਾਰਡ ਵੀ ਇਤਰਾਜ਼ ਲੈ ਆਉਂਦੇ ਨੇ, ਕੋਈ ਗੱਲ ਜਿਹੜੇ ਤੁਹਾਡੇ ਬਹੁਤ ਕਲੋਜ਼ ਦੋਸਤ ਨੇ, ਤੁਹਾਡੀ ਪ੍ਰਸ਼ੰਸਾ ਵੀ ਕਰਦੇ ਨੇ, ਤੁਹਾਡੀ ਆਲੋਚਨਾ ਵੀ ਕਰਦੇ ਨੇ। ਮੈਂ ਉਹਨਾਂ ਨੂੰ ਫੋਨ ਕਰ ਲੈਣਾ, ਫਿਰ ਮੈਂ ਫੋਨ ਕਰ ਲੈਣਾ ਆਪਣੇ ਦੋਸਤਾਂ ਨੂੰ। ਮੈਂ ਅਕਸਰ ਫੋਨ ਕਰਦਾ ਜਦੋਂ ਗੱਡੀ 'ਚ ਜਾਂਦੇ ਆ। ਅਤੇ ਪਹਿਲਾਂ ਮੈਂ ਗੱਡੀ ਆਪ ਚਲਾਉਂਦਾ ਸੀਗਾ, ਹੁਣ ਨਹੀਂ ਚਲਾਉਂਦਾ। ਮੇਰੇ ਕੋਲ ਉਹ ਟਾਈਮ ਹੁੰਦਾ, ਉਹਦੇ ਦੌਰਾਨ ਮੈਂ ਫੋਨ ਕਰ ਸਕਾਂ। ਜਿਹੜੇ ਯਾਰ ਦੋਸਤ ਨੇ, ਮੇਰਾ ਫੋਨ ਉਹੀ ਹੈ, ਨੰਬਰ ਉਹੀ ਹੈ, ਮੈਂ ਹਰ ਕਾਲ ਚੁੱਕਦਾ ਹੈ ਜੀ, ਹਰ ਮੈਸੇਜ ਦਾ ਜਵਾਬ ਦਿੰਦਾ ਆ। ਕੋਈ ਇਸ ਤਰ੍ਹਾਂ ਦਾ ਮੈਸੇਜ ਨਹੀਂ, ਹਾਂ ਲੇਟ ਹੋ ਸਕਦਾ, ਡਿਲੇ ਹੋ ਸਕਦਾ, ਇਹ ਨਹੀਂ ਹੈ ਕਿ ਮੈਂ ਉਹਦਾ ਜਵਾਬ ਨਾ ਦੇਵਾਂ। ਜਿਹੜੇ ਪ੍ਰਵਾਸੀ ਨੇ, NRIs ਨੇ, ਉਹਨਾਂ ਦੇ ਵਾਸਤੇ ਤਾਂ ਮੈਂ ਸਭ ਤੋਂ ਵੱਡਾ ਜ਼ਰੀਆ ਹਾਂ ਜੀ, ਜਿਹੜੇ ਉਹਨਾਂ ਦੀਆਂ ਛੋਟੀਆਂ ਛੋਟੀਆਂ ਪ੍ਰੋਬਲਮਸ ਨੇ ਉਹ ਹੱਲ ਕਰਨ ਦੇ ਵਾਸਤੇ। ਤੁਹਾਨੂੰ ਕੀ ਵਧੀਆ ਲੱਗਦਾ ਵੈਸੇ? ਇਹ ਵਧੀਆ ਲੱਗ ਰਿਹਾ ਜਾਂ ਉਹ ਵਧੀਆ ਲੱਗਦਾ ਸੀਗਾ, ਜਾਂ ਕੀ ਵਧੀਆ ਲੱਗੂਗਾ? ਇਹ ਵਧੀਆ ਲੱਗੂਗਾ, ਕੁਝ ਹੋਰ ਵੀ ਵਧੀਆ ਲੱਗ ਸਕਦਾ? ਦੋਨੋਂ ਹੀ ਵਧੀਆ ਨੇ। ਉਹ ਆਪਣੀ ਜਗ੍ਹਾ ਦੇ ਉੱਤੇ ਵਧੀਆ ਸੀ। ਉਹਨੇ ਮੈਨੂੰ ਪਹਿਚਾਣ ਦਿੱਤੀ ਆ, ਉਸ ਚੀਜ਼ ਨੇ ਬਹੁਤ ਵੱਡੀ ਪਹਿਚਾਣ ਦਿੱਤੀ ਹੈ, ਇੰਟਰਨੈਸ਼ਨਲ ਪੱਧਰ ਦੇ ਉੱਤੇ ਦਿੱਤੀ ਹੈ। ਉਹਦੇ ਕਰਕੇ ਮੈਨੂੰ ਜੇਲ੍ਹਾਂ 'ਚ ਵੀ ਜਾਣਾ ਪਿਆ, ਬਥੇਰਾ ਕੁਛ ਕਰਨਾ ਪਿਆ। ਇਹ ਆਪਣੀ ਜਗ੍ਹਾ ਦੇ ਉੱਤੇ ਵਧੀਆ, ਕਿਉਂਕਿ ਜਦੋਂ ਤੁਸੀਂ ਹੱਲ ਲੱਭਣ ਵਾਲੇ ਪਾਸੇ ਨੂੰ ਤੁਰ ਪੈਂਦੇ ਹੋ ਤਾਂ ਉਹਦਾ ਇੱਕ ਵੱਖਰਾ ਜਿਹੜਾ ਰੰਗ ਹੈ ਕਿ ਹਾਂ ਆਮ ਬੰਦੇ ਦੀ ਸੁਣਵਾਈ ਹੋ ਸਕਦੀ ਹੈ, ਉਹਦਾ ਹੱਲ ਲੱਭਿਆ ਜਾ ਸਕਦਾ ਮੁਸ਼ਕਿਲ ਦਾ, ਉਹ ਲੱਭਣ ਦੇ ਯਤਨਾਂ ਦੇ ਵਿੱਚ। ਜ਼ਿਆਦਾ ਰਿਚਨੈਸ ਤੁਹਾਨੂੰ ਕੀ ਲੱਗਦਾ? ਜਰਨਲਿਜ਼ਮ ਦੇ ਅੰਦਰ ਬੰਦਾ ਦੁਨੀਆ ਨੂੰ ਜ਼ਿਆਦਾ ਜਾਣਦਾ ਜਾਂ ਸਰਕਾਰ ਕੋਲ ਰਹਿ ਕੇ ਤੁਸੀਂ ਇਹੋ ਜਿਹਾ ਕੁਝ ਜਾਣ ਰਹੇ ਹੋ ਜਿਹੜੇ ਬਹੁਤ ਸਾਰੇ ਲੋਕ ਨਹੀਂ ਜਾਣਦੇ? ਨਹੀਂ, ਇਹ ਜਿਹੜੀ ਜਾਣਕਾਰੀ ਹੈ ਜਿਹੜੀ ਸਾਰੀ, ਉਹ ਤਾਂ ਕਿਤਾਬਾਂ ਦੇ ਵਿੱਚ ਹੈ। ਉਹ ਤਾਂ ਮੈਂ ਤਾਂ ਉੱਥੋਂ ਹੀ ਜਿਹੜੀ ਉਹ ਹਾਸਲ ਕਰਦਾ। ਸਰਕਾਰਾਂ ਦੇ ਬਾਰੇ 'ਚ ਤਾਂ ਜਾਣਕਾਰੀ ਆਪਣੇ ਕੋਲੇ ਪਹਿਲਾਂ ਵੀ ਸੀਗੀ, ਉਹ ਤਾਂ ਅਸੀਂ ਉਦੋਂ ਘੋਖ ਕਰਕੇ ਕੱਢ ਕੇ ਐਕਸਪੀਰੀਅੰਸ ਕਿਹੜਾ ਰਿਚ ਕਰੂ? ਮੈਂ ਉਸ ਐਕਸਪੀਰੀਅੰਸ ਨੇ ਰਿਚ ਕੀਤਾ ਜਾਏ ਜ਼ਿਆਦਾ ਤੁਹਾਨੂੰ ਲੱਗਦਾ ਹੈਗਾ ਕਿ ਇਹ ਵੀ ਤੁਹਾਨੂੰ ਕੁਝ ਇਹੋ ਜਿਹਾ ਦੇ ਕੇ ਜਾਊ ਜ਼ਿੰਦਗੀ 'ਚ ਕਿ ਯਾਰ ਬਿਲਕੁਲ ਨੇੜਿਓਂ ਸੱਤਾ ਨੂੰ ਦੇਖ ਰਹੇ ਹੋ ਤੁਸੀਂ? ਬਿਲਕੁਲ ਦੇਖ ਕੇ ਜਾਊਗਾ। ਤੁਸੀਂ ਲੋਕਾਂ ਦੇ ਹੋਰ ਨੇੜੇ ਹੋ ਗਏ, ਉਹਨਾਂ ਨੂੰ ਇਹ ਲੱਗਦਾ ਕਿ ਇੱਥੋਂ ਮੈਨੂੰ ਕੋਈ ਨਾ ਕੋਈ ਮੇਰੇ ਸਵਾਲ ਦਾ ਜਵਾਬ ਜਿਹੜਾ ਉਹ ਮਿਲ ਸਕਦਾ। ਮੈਂ ਕਲਰ ਨਹੀਂ ਕੀਤਾ ਕਦੀ ਜਦੋਂ ਚਿੱਟੇ ਹੋਏ,
ਕਿਉਂਕਿ ਜਦੋਂ ਕੋਈ ਮੈਨੂੰ ਅੰਕਲ ਕਹਿੰਦਾ ਨਾ ਤਾਂ ਮੈਨੂੰ ਪ੍ਰਾਊਡ ਫੀਲ ਹੁੰਦਾ ਹੈ ਕਿ ਇੰਨੇ ਸਾਲਾਂ ਤੋਂ ਬਾਅਦ ਤੁਸੀਂ ਇਹ ਚੀਜ਼ ਜਿਹੜੀ ਹਾਸਲ ਕੀਤੀ ਹੈ ਕਿ ਕੋਈ ਤੁਹਾਨੂੰ ਅੰਕਲ ਕਹਿਣ ਲੱਗੇ। ਧੰਨਵਾਦ ਬਲਤੇਜ ਜੀ, ਬਹੁਤ ਬਹੁਤ ਧੰਨਵਾਦ, ਬਹੁਤ ਧੰਨਵਾਦ।